Waheguru Ji Ka Khalsa, Waheguru Ji Ki Fateh. Welcome to the Sikh Channel Aid special report on the Nepal project. ਜਿਹੜਾ ਗੁਰਦੁਆਰਾ ਸਾਹਿਬ ਸਿੱਖ ਚੈਨਲ ਸੰਗਤ ਸਹਿਯੋਗ ਦੇ ਨਾਲ ਬਣਿਆ ਪੰਕਤਵਾ ਨੇਪਾਲ ਦੇ ਵਿੱਚ ਉਹਦੇ ਵਿੱਚ ਅਸੀਂ ਹੁਣ ਇਕੱਠੇ ਹੋਏ ਹੈਗੇ ਸਿੱਖ ਚੈਨਲ ਦੀ ਸੀਨੀਅਰ ਟੀਮ ਤੁਹਾਨੂੰ ਪੂਰੀ ਰਿਪੋਰਟ ਦੇਣ ਵਾਸਤੇ ਮੇਰੇ ਨਾਲ ਜੁੜੇ ਹੈਗੇ ਬਲਹਾਰ ਸਿੰਘ ਰਾਮਵਾਲ ਸਾਹਿਬ ਜੀ ਫਤਿਹ ਬਰਾਬਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਗਤਾਰ ਸਿੰਘ ਨਿੱਜਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਾਕਟਰ ਸਾਧੂ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਅਤੇ ਰਮਨਦੀਪ ਕੌਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਜਿਹੜੀ ਪ੍ਰੋਜੈਕਟ ਨੇਪਾਲ ਦੇ ਵਿੱਚ ਹੋਈ ਸਾਨੂੰ ਬਹੁਤ ਖੁਸ਼ੀ ਹੈਗੀ ਆ ਇਹ ਮਾਨ ਸਾਰਾ ਸਿੱਖ ਚੈਨਲ ਵਿਊਜ਼ ਨੂੰ ਜਾਂਦਾ ਇਹ ਪ੍ਰੋਜੈਕਟ ਕਾਫੀ ਕਾਮਯਾਬ ਹੋਈ ਵਾਹਿਗੁਰੂ ਦੀ ਮਿਹਰ ਹੋਈ ਸੰਗਤਾਂ ਸਹਿਯੋਗ ਦੇ ਨਾਲ ਕਾਫੀ ਵਧੀਆ ਉੱਥੇ ਗੁਰਦੁਆਰਾ ਸਾਹਿਬ ਦਾ ਆਰੰਭ ਹੋਇਆ ਅਕਾਲ ਤਖ਼ਤ ਤੇ ਜਥੇਦਾਰ ਸਾਹਿਬ ਪਹੁੰਚੇ ਅਸੀਂ ਹੁਣ ਸਿੱਖ ਚੈਨਲ ਟੀਮ ਤੋਂ ਸੁਣਾਂਗੇ ਜਿਹੜੀ ਟੀਮ ਉੱਥੇ ਆਪ ਖੁਦ ਪਹੁੰਚੀ ਹੱਥੀਂ ਸੇਵਾ ਕੀਤੀ ਵੀ ਕਿਸ ਤਰ੍ਹਾਂ ਪ੍ਰੋਜੈਕਟ ਵਿੱਚ ਇਹਨਾਂ ਦੀ ਕੀ ਹਿੱਸਾ ਪਾਇਆ ਤੇ ਕਿਸ ਤਰ੍ਹਾਂ ਮਹਿਸੂਸ ਹੋਇਆ ਇੰਨੀ ਸੇਵਾ ਕਰਕੇ ਬਲਹਾਰ ਸਿੰਘ ਜੀ ਪਹਿਲਾਂ ਤੁਸੀਂ ਥੋੜ੍ਹੀ ਜਿਹੀ ਦੱਸੋ ਤੁਹਾਡਾ ਕੀ ਕੰਟਰੀਬਿਊਸ਼ਨ ਸੀ ਤੁਸੀਂ ਉੱਥੇ ਸਟੇਜ ਸਾਰੀ ਮੈਨੇਜ ਕੀਤੀ ਅਤੇ ਪ੍ਰਬੰਧ ਵੀ ਕੀਤਾ ਜਥਿਆਂ ਦਾ ਪ੍ਰਬੰਧ ਕੀਤਾ ਹੋਰ ਵੀ ਤੁਸੀਂ ਸੇਵਾ ਕੀਤੀਆਂ ਤੁਹਾਨੂੰ ਨੇਪਾਲ ਪ੍ਰੋਗਰਾਮ ਕਿਸ ਤਰ੍ਹਾਂ ਲੱਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਲ ਸਾਹਿਬ ਜੀ ਜਿਸ ਤਰ੍ਹਾਂ ਦੱਸਿਆ ਵੀ ਆਪਾਂ ਸਾਰੇ ਤਕਰੀਬਨ ਸਾਰੇ ਬੈਠੇ ਹਾਂ ਜਿਨ੍ਹਾਂ ਨੇ ਆਪੋ ਆਪਣੇ ਹਿੱਸਾ ਪਾਇਆ ਇਸ ਪ੍ਰੋਗਰਾਮ ਵਿੱਚ ਪ੍ਰੋਗਰਾਮ ਜਿਹੜਾ ਸੀਗਾ ਇੱਕ ਜੇ ਮੈਂ ਕਹਾਂ ਅੱਜ ਤੱਕ ਦਾ ਸਿੱਖ ਚੈਨਲ ਦਾ ਸਭ ਤੋਂ ਵਧੀਆ ਇਹ ਪ੍ਰੋਜੈਕਟ ਸੀਗਾ ਇੱਕ ਐਂਡ ਜਿਸ ਸੰਗਤਾਂ ਨੇ ਇੱਕ ਭਰਮਾ ਹੰਗਾਰਾ ਦਿੱਤਾ ਤੇ ਉੱਥੇ ਜਿਹੜੀ ਆਪਣੀ ਮੈਨੇਜਮੈਂਟ ਸੀਗੀ ਸਾਰੀ ਪੂਰੀ ਦੀ ਪੂਰੀ ਉਹਨਾਂ ਨੇ ਵੀ ਇੱਕ ਦੂਜੇ ਦੇ ਮੋਢੇ ਨਾਲ ਮੋਢਾ ਜੋੜ ਕੇ ਉਹ 'ਚ ਵਿੱਚ ਆਪਣਾ ਬਣਦਾ ਯੋਗਦਾਨ ਪਾਇਆ ਐਂਡ ਜਿਹੜੀ ਗੱਲ ਸੀਗੀ ਜਦੋਂ ਦਾਸ ਅਕਾਲ ਤਖ਼ਤ ਸਾਹਿਬ ਤੋਂ ਜਿੱਥੋਂ ਮਹਾਰਾਜ ਦੇ ਦੋ ਸਰੂਪ ਆਪਾਂ ਪਾਲਕੀ ਸਾਹਿਬ ਜਿਹੜੀ ਬੱਸ ਵਿੱਚ ਸਜਾਈ ਉਹਦੇ ਵਿੱਚ ਭੇਜੇ ਆਪਾਂ ਨੇਪਾਲ ਸਾਹਿਬ ਨੂੰ ਉੱਥੇ ਵੀ ਜਥੇਦਾਰ ਸਾਹਿਬ ਨੇ ਅਕਾਲ ਤਖ਼ਤ ਸਾਹਿਬ ਦੀ ਪੂਰੀ ਟੀਮ ਨੇ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਸਾਹਿਬ ਨੇ ਅਤੇ ਸ਼੍ਰੋਮਣੀ ਕਮੇਟੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਾਂ ਨੂੰ ਪੂਰਨ ਸਹਿਯੋਗ ਦਿੱਤਾ ਅਤੇ ਉਹਨਾਂ ਨੇ ਪੂਰੀ ਸਾਰੀ ਦਿਹਾੜੀ ਆਪਣੇ ਨਾਲ ਰਹੇ ਉੱਥੋਂ ਸਿੰਘ ਸਾਹਿਬ ਨੇ ਕਿਉਂਕਿ ਅਗਰ ਆਪਾਂ ਟਾਹਣੀਆਂ ਨੂੰ ਫੜੀ ਜਾਈਏ ਅਤੇ ਜੜ੍ਹ ਨੂੰ ਨਾ ਫੜੀਏ ਅਤੇ ਫਿਰ ਆਪਾਂ ਨੂੰ ਉਹੋ ਜਿਹੀ ਗੱਲ ਨਹੀਂ ਬਣਦੀ ਜੇ ਆਪਾਂ ਘਰ ਦੇ ਵਿੱਚ ਨਿਆਣੇ ਆਪੋ ਆਪਣੇ ਤੌਰ 'ਤੇ ਕੰਮ ਕਰਦੇ ਹੋਣ ਅਤੇ ਮਾਂ ਪਿਓ ਤੋਂ ਆਸ਼ੀਰਵਾਦ ਨਾ ਲੈਣ ਅਤੇ ਉਹ ਮਸਲਾ ਹੱਲ ਨਹੀਂ ਹੁੰਦਾ ਸੋ ਜਿਹੜਾ ਆਪਾਂ ਨੂੰ ਆਸ਼ੀਰਵਾਦ ਅਕਾਲ ਤਖ਼ਤ ਸਾਹਿਬ ਤੋਂ ਮਿਲਿਆ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੋਂ ਪ੍ਰਾਪਤ ਹੋਇਆ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਇੱਕ ਨੀਂਹ ਆਪਣੀ ਰੱਖੀ ਹੋਈ ਜਦੋਂ ਆਪਣੀ ਨੀਂਹ ਮਜ਼ਬੂਤ ਹੋ ਗਈ ਉਸ ਤੋਂ ਬਾਅਦ ਆਪਣਾ ਜਿਹੜਾ ਕਾਫਲਾ ਸੀਗਾ ਉਹ ਨੇਪਾਲ ਦੀ ਧਰਤੀ 'ਤੇ ਜਿੱਥੇ ਆਪਣੀ ਟੀਮ ਦੇ ਕੁਝ ਮੈਂਬਰ ਜੋ ਪਹਿਲਾਂ ਵੀ ਉੱਥੇ ਪੁੱਜੇ ਹੋਏ ਸੀਗੇ ਲੇਕਿਨ ਜਿਹੜੀ ਨੇਪਾਲ ਦੇ ਵਿੱਚ ਜਿੱਥੇ ਮੇਰੇ ਨਾਲ ਦੋ ਦਰਬਾਰ ਸਾਹਿਬ ਦੇ ਹਜ਼ੂਰੀ ਕੀਰਤਨੀ ਜਥੇ ਜੋ ਦਾਸ ਦੇ ਨਾਲ 24 ਤਰੀਕ ਨੂੰ ਬਾਈ ਏਅਰ ਲਖਨਊ ਤੇ ਉੱਥੋਂ ਗਾਂ ਟੈਕਸੀ 'ਚ ਅਸੀਂ ਗਏ ਹਾਂਜੀ ਤੁਹਾਨੂੰ ਕੋਈ ਮੁਸ਼ਕਲਾਂ ਵੀ ਆਈਆਂ ਸੀ ਕਰਕੇ ਬੋਰਡਰ ਕ੍ਰਾਸ ਕਰਨਾ ਪਿਆ ਸੀ ਇੰਡੀਆ ਤੋਂ ਨੇਪਾਲ ਬੋਰਡਰ ਕ੍ਰਾਸ ਕਰਨਾ ਪਿਆ ਤੁਸੀਂ ਕਾਫੀ ਲੇਟ ਪਹੁੰਚੇ ਰਾਤ ਨੂੰ ਉਹ ਮੁਸ਼ਕਲ ਦੱਸੋ ਕਿਸ ਤਰ੍ਹਾਂ ਹੋਇਆ ਦੇਖੋ ਜੀ ਕਿਉਂਕਿ ਜਦੋਂ ਸਾਡੀ ਫਲਾਈਟ ਲੱਗੀ ਸੀ ਤਕਰੀਬਨ 6:45 ਵਜੇ ਲਖਨਊ ਸ਼ਾਮ ਦੀ ਜਦੋਂ ਅਸੀਂ ਉੱਥੋਂ ਟੈਕਸੀ ਦੋ ਟੈਕਸੀਆਂ 'ਚ ਅਸੀਂ ਗਏ ਸੀਗੇ ਅਤੇ ਜਦੋਂ ਬਾਰਡਰ 'ਤੇ ਪਹੁੰਚੇ ਰਾਤ ਦੇ 11:30 ਹੋ ਗਏ ਉਹ ਕਹਿੰਦੇ 10 ਵਜੇ ਤੋਂ ਬਾਅਦ ਬਾਰਡਰ ਬੰਦ ਆ ਤੁਸੀਂ ਕ੍ਰਾਸ ਨਹੀਂ ਕਰ ਸਕਦੇ ਲੇਕਿਨ ਆਪਣੀ ਜਿਹੜੀ ਇੰਡੀਆ ਦੀ ਸਾਈਡ ਦੀ ਆਰਮੀ ਸੀਗੀ ਉਹਨਾਂ ਨੇ ਜਦੋਂ ਅਸੀਂ ਉਹਨਾਂ ਨੂੰ ਦੱਸਿਆ ਕਿ ਗੁਰਦੁਆਰਾ ਸਾਹਿਬ ਦੀ ਓਪਨਿੰਗ ਕਰਨੀ ਆ ਸਾਡੀ ਆਲਰੇਡੀ ਟੀਮ ਉੱਥੇ ਪੁੱਜੀ ਹੋਈ ਆ ਅਤੇ ਜੇ ਆਪ ਮੇਰੇ ਨਾਲ ਜਥਿਆ ਦੋ ਜੇ ਅਗਰ ਤੁਸੀਂ ਸਾਨੂੰ ਲੰਘਣ ਦਿਓਗੇ ਤਾਂ ਅਸੀਂ ਤੁਹਾਡੇ ਅਤੀ ਧੰਨਵਾਦੀ ਹੋਵਾਂਗੇ ਜੇ ਅਸੀਂ ਕਹੀਏ ਵੀ ਸਾਡੀਆਂ ਉਹ ਬੋਲਚਾਲ ਕਰਕੇ ਸਾਨੂੰ ਲੰਘਣ ਦੇ ਦਿੱਤਾ ਉਹ ਨਹੀਂ ਸੀ ਜਿਹੜੀਆਂ ਸਿੱਖ ਸੰਗਤਾਂ ਨੇ ਦੇਸ਼ਾਂ ਵਿਦੇਸ਼ਾਂ 'ਚੋਂ ਸਹਿਯੋਗ ਦਿੱਤਾ ਸੀ ਉਹਨਾਂ ਦੀਆਂ ਅਰਦਾਸਾਂ ਸਦਕਾ ਅਸੀਂ ਲੰਘੇ ਲੇਕਿਨ ਉਦੋਂ ਗਾਂ ਉਹ ਵੀ ਅੱਧੀ ਰਾਤ ਨੂੰ ਐਂਡ ਜਿਹੜੀ ਉਦੋਂ ਗਾਂ ਅੱਧੀ ਰਾਤ ਨੂੰ ਨੇਪਾਲ ਦੇ ਬਾਰਡਰ ਤੋਂ ਜਿਹੜਾ ਹੋਟਲ ਸੀਗਾ ਉਹ ਸਾਨੂੰ ਕਹਿੰਦੇ ਵੀ ਮੁੰਡਾ ਜਿਹੜਾ ਲੈਣਾ ਸੀ ਵੀ 2 ਕਿਲੋਮੀਟਰ ਹੀ ਆ ਜਿਹੜਾ ਪਿੱਛੇ ਜਥਾ ਆਉਂਦਾ ਮੈਂ ਉਹਨੂੰ ਲੈ ਕੇ ਆਉਣਾ ਤੁਸੀਂ 2 ਕਿਲੋਮੀਟਰ ਤੁਰ ਕੇ ਚੱਲ ਜਾਓ ਲੇਕਿਨ ਜਦੋਂ ਅਸੀਂ ਤੁਰ ਕੇ ਹੋਟਲ 'ਚ ਪਹੁੰਚੇ ਸਾਨੂੰ ਉਦੋਂ ਪਤਾ ਲੱਗਿਆ ਕਿ ਉਹ 8 ਕਿਲੋਮੀਟਰ ਸੀ ਇਸ ਕਰਕੇ ਤੁਸੀਂ ਅੱਧੀ ਰਾਤ 8 ਕਿਲੋਮੀਟਰ ਤੁਰ ਕੇ ਗਏ ਹਾਂਜੀ ਤੁਰ ਕੇ ਕਿਉਂਕਿ ਤੁਰ ਕੇ ਜਾਣਾ ਪਿਆ ਸੀ ਇਹ ਥੋੜਾ ਯਾਤਰਾ ਸਫਰ ਹੋ ਗਿਆ ਬਿਲਕੁਲ ਜੀ ਸਫਰ ਕਹਿ ਲਓ ਜਾਂ ਚਲੋ ਜੋ ਵੀ ਬਾਬੇ ਨੇ ਕਰਾਇਆ ਠੀਕ ਹੀ ਕਰਾਇਆ ਨਾ ਅਤੇ ਜਿਹੜਾ ਉੱਥੇ ਜਾ ਕੇ ਵੀ ਜਿਹੜਾ ਪ੍ਰੋਗਰਾਮ ਸੀਗਾ ਕਿਉਂਕਿ ਉੱਥੇ ਆਪਣੀ ਜਿਹੜੀ ਟੀਮ ਡਾਕਟਰ ਸਾਹਿਬ ਜੀ ਨਿੱਜਰ ਸਾਹਿਬ ਜੀ ਮੀਰਪਾਨ ਜੀ ਅਤੇ ਬਾਕੀ ਤੁਸੀਂ ਜਾਂ ਆਪਣੀ ਹੋਰ ਟੀਮ ਜਿਹੜੀ ਉੱਥੇ ਪੁੱਜੀ ਹੋਈ ਸੀ ਪਹਿਲਾਂ ਨੇਪਾਲ ਦੀ ਧਰਤੀ 'ਤੇ ਜਿਹੜਾ ਉਹਨਾਂ ਨੇ ਉੱਥੇ ਜਿਹੜਾ ਸਾਰਾ ਪਹਿਲਾਂ ਬੇਸ ਬਣਾਇਆ ਸੀ ਕੰਟਰੋਲ ਕੀਤਾ ਸੀਗਾ ਅਤੇ ਜਿਹੜਾ ਸਟੇਜ 'ਤੇ ਸੀਗਾ ਜਿਹੜਾ ਸਟੇਜ 'ਤੇ ਵੀ ਆਪਾਂ ਜੇ ਕਿਉਂਕਿ ਜਦੋਂ ਤੁਸੀਂ ਸਟੇਜ 'ਤੇ ਬੋਲਦੇ ਆ ਜਦੋਂ ਬੰਦਾ ਬੋਲਦਾ ਉਹਦੇ ਕੋਲੋਂ ਅਨੇਕਾਂ ਗਲਤੀਆਂ ਵੀ ਹੁੰਦੀਆਂ ਜਦੋਂ ਤੁਹਾਡੇ ਕੋਲ ਹਰ ਕੋਈ ਬੰਦਾ ਇਨਸਾਨ ਗਲਤੀਆਂ ਦਾ ਪੁਤਲਾ ਬੰਦਾ ਇੱਦਾਂ ਤਾਂ ਹੈ ਨਹੀਂ ਕੋਈ ਗਲਤੀ ਨਹੀਂ ਕਰਦਾ ਲੇਕਿਨ ਮੈਂ ਉਦੋਂ ਸਟੇਜ 'ਤੇ ਵੀ ਕਿਹਾ ਸੀ ਬਾਰ-ਬਾਰ ਫਿਰ ਵੀ ਕਹਿੰਦਾ ਕਿ ਜਦੋਂ ਤੁਸੀਂ ਬੋਲਦੇ ਆ ਸਟੇਜ 'ਤੇ ਤੁਹਾਡੇ ਮੂੰਹ 'ਚੋਂ ਕੋਈ ਨਾ ਕੋਈ ਲਫ਼ਜ਼ ਨਿਕਲ ਜਾਂਦਾ
ਸੋ ਸੰਗਤਾਂ ਤੋਂ ਅਸੀਂ ਉਹਦੇ ਜੇ ਕਿਸੇ ਨੂੰ ਠੇਸ ਪੁੱਜੀ ਹੋਵੇ ਤੇ ਅਸੀਂ ਉਹਦੀ ਮਾਫੀ ਮੰਗਦੇ ਹਾਂ। ਪ੍ਰੋਗਰਾਮ ਬਹੁਤ ਵਧੀਆ ਨਿਭਾਇਆ ਤੁਸੀਂ, ਬਹੁਤ ਵਧੀਆ ਸਟੇਜ ਸੰਭਾਲੀ, ਸੰਗਤਾਂ ਸੰਭਾਲੀਆਂ, ਤੇ ਦੂਰ ਦੂਰ ਦੇਸ਼ਾਂ ਪ੍ਰਦੇਸ਼ਾਂ ਤੋਂ ਜਥੇ ਵੀ ਆਏ ਸੇ, ਉਹ ਸਾਰਾ ਪ੍ਰਬੰਧ ਬਹੁਤ ਵਧੀਆ ਕੀਤਾ ਤੁਸੀਂ, ਇੰਗਲੈਂਡ ਤੋਂ ਸਪੈਸ਼ਲ ਗਏ। ਲੇਕਿਨ ਜੇ ਬਾਲ ਇਸ ਸਾਹਿਬ ਕਰਕੇ ਜਿੰਨੇ ਨਾ ਜਦੋਂ ਮੈਂ ਨੇਪਾਲ ਤੋਂ ਜਦੋਂ ਲਖਨਊ ਪਹੁੰਚਿਆ ਸੀ, ਉੱਥੇ ਮੈਨੂੰ ਨਹੀਂ ਸੀ ਪਤਾ ਉਹਨਾਂ ਨੇ ਆਪਣਾ ਪ੍ਰੋਗਰਾਮ ਕਿੱਦਾਂ ਦੇਖਿਆ। ਲਖਨਊ ਜਦ ਮੈਂ ਸਵੇਰ ਨੂੰ ਉੱਥੇ ਬੈਠਾ ਸੀ 8 ਵਜੇ ਏਅਰਪੋਰਟ ਤੇ ਉਹਨਾਂ ਨੇ ਮੈਨੂੰ, 2 ਲੇਡੀ ਸੀ, ਉਹ ਮੇਰੇ ਕੋਲ ਉੱਠ ਕੇ ਆਈਆਂ, ਮੈਨੂੰ ਕਹਿੰਦੀਆਂ ਜੀ ਤੁਸੀਂ ਕੱਲ ਨੇਪਾਲ ਵਿੱਚ ਨਹੀਂ ਸੀਗੇ? ਮੈਂ ਕਿਹਾ ਹਾਂਜੀ ਨੇਪਾਲ 'ਚ ਸੀ, ਮੈਂ ਰਾਤੀ ਉੱਥੋਂ 10 ਵਜੇ ਤੁਰਿਆ, 2-2:30 ਵਜੇ ਪਹੁੰਚਿਆ, 2 ਦਿਨ ਮੈਂ ਭੁੱਖਾ ਰਿਹਾ ਹੈ ਨਾ। ਉਹਦੇ ਕੋਈ ਜਾਂ ਖਾਣ ਨੂੰ ਦਿਲ ਨਹੀਂ ਕੀਤਾ, ਜਾਂ ਤੁਹਾਡਾ ਸਾਰਿਆਂ ਦਾ ਪਿਆਰ ਹੀ ਇੰਨਾ ਸੀਗਾ, ਟਾਈਮ ਨਹੀਂ ਹੁੰਦਾ, ਹਾਂ ਟਾਈਮ ਨਹੀਂ ਸੀ, ਜਾਂ ਤੁਹਾਡਾ ਪਿਆਰ ਹੀ ਇੰਨਾ ਸੀਗਾ ਸਾਰਿਆਂ ਦਾ ਕਿ ਮੇਰਾ ਖਾਣ ਨੂੰ ਉੱਦਾਂ ਹੀ ਮੇਰਾ ਰੂਹ ਹੀ ਨਹੀਂ ਕੀਤੀ ਹੈ ਨਾ ਪਿਆਰ ਦੇ ਵਿੱਚ। ਸੋ ਇਹ ਕਿਉਂਕਿ ਜਦੋਂ ਤੁਸੀਂ ਟੀਮ 'ਚ ਕੰਮ ਕਰਦੇ ਆ ਉਦੋਂ ਤੁਹਾਨੂੰ ਭੁੱਖੇ ਰਹਿ ਕੇ ਵੀ ਤੁਹਾਨੂੰ ਜਿਹੜਾ ਆਨੰਦ ਆਉਂਦੀ ਹੈ ਨਾ, ਉਹ ਆਨੰਦ ਜਿਹੜੀ ਸੀ ਉਹ ਵੱਖਰੀ ਸੀ। ਲੇਕਿਨ ਜਦੋਂ ਉਹਨਾਂ ਨੇ ਮੈਨੂੰ ਕਿਹਾ ਕਿ ਅਸੀਂ ਤੁਹਾਡਾ ਪ੍ਰੋਗਰਾਮ ਕੱਲ੍ਹ ਦੇਖਿਆ, ਆੜਨੋ ਉਹ ਨਹੀਂ ਕਿੱਥੇ ਦੇਖਿਆ, ਲੇਕਿਨ ਜਿਹੜੀ ਉਹ ਖੁਸ਼ੀ ਮਹਿਸੂਸ ਹੋਈ ਉਹ ਤੁਹਾਡਾ ਸਾਰਾ ਤਖੀਮਾ ਲਾ ਕੇ ਚਲ ਗਈ। ਬਿਲਕੁਲ ਜੀ, ਬਹੁਤ ਬਹੁਤ ਧੰਨਵਾਦ ਜੀ ਮਜ਼ਹਾਰ ਸਿੰਘ ਦਾ, ਧੰਨਵਾਦ ਸਿੱਖ ਚੈਨਲ ਟੀਮ ਤੋਂ, ਵਿਊਜ਼ ਤੋਂ, ਕਾਫੀ ਸੇਵਾ ਕੀਤੀ। ਜਗਤਾਰ ਸਿੰਘ ਤੁਸੀਂ ਕਈ ਹਫ਼ਤੇ ਪਹਿਲਾਂ ਪਹੁੰਚੇ ਨੇਪਾਲ ਦੇ ਵਿੱਚ, ਉਹ ਥੋੜੀ ਜ਼ਿੰਮੇਵਾਰੀ ਲੱਗੀ ਸੀ ਸਿੱਖ ਚੈਨਲ ਦੇ ਹਫ਼ਤੇ, ਤੁਸੀਂ ਜਿਹੜੇ ਗੁਰਦੁਆਰੇ ਦੀ ਤਿਆਰੀ ਦੇਖਣੀ, ਪੂਰਾ ਤਿਆਰੀ ਹੋਵੇ, ਇੰਨਾ ਬੜਾ ਪ੍ਰੋਗਰਾਮ ਲਿਖਿਆ ਹੋਵੇ, ਤਿਆਰੀ ਨਾ ਹੋਵੇ, ਕੋਈ ਮੁਸ਼ਕਲ ਨਾ ਆਵੇ, ਇਸ ਕਰਕੇ ਤੁਸੀਂ ਹੱਥੀਂ ਸੇਵਾ ਜਾ ਕੇ ਕੀਤੀ। ਫਾਈਨਲ ਸਾਰੀ ਜਿਹੜੀ ਬਿਲਡਿੰਗ ਵਰਕ ਵੀ ਹਲੇ ਰਹਿੰਦੀ ਸੀ, ਉਹਦੇ ਬਾਰੇ ਥੋੜ੍ਹਾ ਜਿਹਾ ਬਰੀਫਲੀ ਦੱਸੋ। ਬਲ ਸਾਹਿਬ ਜਿਸ ਕਾ ਕਾਰਜ ਤੈਨੀ ਕਿਹਾ ਮਾਨਸ ਕਿਹਾ ਵਿਚਾਰਾ, ਇਹ ਉਹਦੇ ਕਾਰਜ ਆ, ਉਹੀ ਕਰ ਸਕਦਾ, ਕਿਉਂਕਿ ਐਡੀ ਛੇਤੀ ਦੇ ਵਿੱਚ ਇੰਨਾ ਵੱਡਾ ਜਿਹੜਾ ਕਾਰਜ ਕਰਨਾ ਅਸੀਂ ਆਪ ਸਰਪ੍ਰਾਈਜ਼ ਹੁੰਦੇ ਹਾਂ, ਕਿਉਂਕਿ 8 ਫਰਵਰੀ ਨੂੰ ਜਿਹੜਾ ਉੱਥੇ ਪਹੁੰਚ ਗਿਆ ਤੇ ਸੰਗਤਾਂ ਨੇ ਬੜਾ ਸਹਿਯੋਗ ਦਿੱਤਾ, ਇਲਾਕੇ ਦੀਆਂ ਨੇ, ਪਿੰਡ ਵਾਸੀਆਂ ਨੇ ਬੜਾ ਸਹਿਯੋਗ ਦਿੱਤਾ, ਜੋ ਟਰੈਕਟਰ ਟਰਾਲੀਆਂ ਪਿੰਡ ਦੇ ਵਿੱਚ ਉਹ ਢਾਹ ਕੇ, ਜੋ ਮਿਸਤਰੀ ਸਾਰੇ ਢਾਹ ਕੇ, ਤੇ ਗੁਰੂ ਨੇ ਇਹ ਤੇ ਜਿੱਦਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਆ, ਨਾ ਜਾਣੇ ਕਿਆ ਹਰ ਕੀਆ ਭਇਓ ਕਬੀਰ ਕਬੀਰ, ਇਹ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਤੇ ਰੱਬ ਵਰਗੇ ਜਿਹੜੇ ਸਾਡੇ ਸਰੋਤੇ ਆ, ਕਿਉਂਕਿ ਗੁਰੂ ਨਾਨਕ ਦੇ ਘਰ ਨੇ ਸੰਗਤਾਂ ਨੂੰ ਬੜਾ ਵੱਡਾ ਉਹ ਦਰਜਾ ਦਿੱਤਾ ਵਾ, ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਸਾਰਾ ਕੰਮ ਜਿਹੜਾ ਹੋਇਆ, ਤੇ ਸੰਗਤਾਂ ਉੱਥੇ ਦੀਆਂ ਨੇ ਇੰਨੀਆਂ ਅਸੀਸਾਂ ਦਿੱਤੀਆਂ, ਕਿਉਂਕਿ ਪਹਿਲੀ ਵਾਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਉੱਥੇ ਦਰਸ਼ਨ ਕੀਤੇ ਉਸ ਪਿੰਡ ਦੇ ਵਿੱਚ 70-80% ਲੋਕਾਂ ਨੇ, ਤੇ ਉਹ ਕਹਿੰਦੇ ਸੀ ਸਾਨੂੰ ਯਕੀਨ ਨਹੀਂ ਆ ਰਿਹਾ, ਜਦੋਂ ਨਿਸ਼ਾਨ ਸਾਹਿਬ ਸਾਰੇ ਪਿੰਡ ਦੀ ਸ਼ਾਨ ਸੀ ਜਿਹੜਾ ਉੱਤੇ ਲਹਿਰਾ ਰਿਹਾ ਸੀ, ਉਹ ਕਹਿੰਦੇ ਇੱਦਾਂ ਲੱਗਦਾ ਕਿ ਅਸੀਂ ਸੁਪਨਾ ਵੇਖ ਰਹੇ, ਸਾਡੇ ਵੱਡ ਵਡੇਰੇ ਅਰਦਾਸਾਂ ਕਰਦੇ ਸੀ ਮਹਾਰਾਣੀ ਜਿੰਦਾ ਦੇ ਨਾਲ ਕਿ ਸੱਚੇ ਪਾਤਸ਼ਾਹ ਕਿਰਪਾ ਕਰੀ, ਤੇ ਉਹ ਜਿਹੜੀ ਆ ਕਿਰਪਾ ਸੰਗਤਾਂ ਦੇ ਸਹਿਯੋਗ ਦੇ ਨਾਲ ਸਿੱਖ ਚੈਨਲ ਤੇ ਇੱਕ ਜਰੀਆ ਵਾ ਗੁਰੂ ਪਿਆਰੋ, ਇੱਕ ਚੌਕੀਦਾਰ ਦਾ ਕੰਮ ਹੈ ਹੋਕਾ ਦੇਣਾ। ਜਗਤਾਰ ਸਿੰਘ ਦਾ ਬਹੁਤ ਬਹੁਤ ਧੰਨਵਾਦ। ਜਿਹੜੇ ਸਾਡੇ ਹੈਗੇ ਸੀਨੀਅਰ ਫੰਡਰੇਜ਼ਰ, ਇਹਨਾਂ ਦੀ ਜ਼ਿੰਮੇਵਾਰੀ ਹੈਗੀ ਆ ਵੀ ਇੱਥੇ ਤੇ ਜਾ ਕੇ ਦਸਵੰਧ ਗਰਾਈ ਵੀ ਕਰਨੀ ਸਿੱਖ ਚੈਨਲ ਬਹਾਫ ਨੇ, ਨੇਪਾਲ ਦੀ ਬਹੁਤ ਸੰਯੋਗ ਦਿੱਤਾ, ਇਹ ਜਿਹੜੀ ਗਰਾਈ ਕੀਤੀ ਉਹ ਸਹੀ ਥੈਨ ਲੱਗੀ, ਬਹੁਤ ਧੰਨਵਾਦ। ਇਹ ਗੱਲ ਸਿਰਫ ਨੇਪਾਲ ਦੀ ਨਹੀਂ ਹੈਗੀ, ਇਹ ਸੇਵਾਵਾਂ ਜਾਰੀ ਆ, ਚਾਹੇ ਉਹ ਅਰਜਨਟੀਨਾ ਦੇ ਵਿੱਚ ਆ, ਚਾਹੇ ਦੁਨੀਆ ਦੇ ਕਿਸੇ ਕੋਨੇ ਦੇ ਵਿੱਚ ਵੀ ਆ। ਇਸੇ ਤਰ੍ਹਾਂ ਮੈਂ ਬੇਨਤੀ ਕਰਦਾ ਵਾਂ ਪਿਆਰੇ ਦਰਸ਼ਕਾਂ ਨੂੰ, ਤੁਸੀਂ ਰੱਬ ਵਰਗੇ ਸਾਡੇ ਸਰੋਤੇ ਜੇ, ਸਿੱਖ ਚੈਨਲ ਤੁਹਾਡਾ ਆਪਣਾ ਵਾ, ਵੱਧ ਤੋਂ ਵੱਧ ਸਿੱਖ ਚੈਨਲ ਦੀ ਸਪੋਰਟ ਕਰਿਆ ਕਰੋ, ਤਾਂ ਕਿ ਨੇਪਾਲ ਵਰਗੇ ਪ੍ਰੋਜੈਕਟ ਜਿਹੜੇ ਆ ਹੋਰ ਵੀ ਆਪਾਂ ਗਾਂ ਜਿਹੜੇ ਉਹ ਕਰਦੇ ਰਹਿਣਾ। ਥੈਂਕ ਯੂ ਵੈਰੀ ਮਚ। ਡਾਕਟਰ ਸਾਹਿਬ ਜੀ, ਤੁਹਾਨੂੰ 9 ਸਾਲ ਹੋ ਗਏ ਸਿੱਖ ਚੈਨਲ ਜੁੜਿਆਂ ਨੂੰ, ਸਿੱਖ ਚੈਨਲ ਦੀ ਸੇਵਾ ਕਰਦੇ, ਤੁਸੀਂ ਕਈ ਸਾਰੇ ਸਿੱਖ ਚੈਨਲ ਇਵੈਂਟ ਦੇ ਵਿੱਚ ਹਿੱਸਾ ਪਾਇਆ, ਮੌਕੇ ਸਿਰ ਪਹੁੰਚਦੇ। ਅੱਜ ਜਿਹੜਾ ਨੇਪਾਲ ਦਾ ਓਕੇਜ਼ਨ ਸੀ, ਨਵਾਂ ਗੁਰਦੁਆਰਾ ਸਾਹਿਬ ਖੁੱਲ੍ਹਿਆ, ਸਕੂਲ ਦਾ ਪ੍ਰਬੰਧ ਹੋਇਆ, ਇਹ ਕਿਸ ਤਰ੍ਹਾਂ ਤੁਹਾਨੂੰ ਲੱਗਿਆ ਹੋਰ ਪ੍ਰੋਜੈਕਟਾਂ ਤੋਂ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਨੇਪਾਲ ਦਾ ਪ੍ਰੋਜੈਕਟ ਖਾਸ ਕਰਕੇ ਜਦੋਂ ਅਸੀਂ ਉੱਥੇ ਪਹੁੰਚੇ ਤੇ ਜਿਹੜੇ ਅਸੀਂ ਬਾਰਡਰ ਦੇ ਉੱਤੇ ਹੀ ਜਦੋਂ ਪਹੁੰਚੇ ਤੇ ਉੱਥੇ ਕੁਝ ਸੰਗਤਾਂ ਨਾਲ ਬੱਚਿਆਂ ਜਿਹੜੇ ਮੁਰ ਲੈਣ ਗਏ ਸੀ ਉਹਨਾਂ ਨਾਲ ਗੱਲ ਕੀਤੀ, ਤੇ ਉੱਥੇ ਗੁਰਦੁਆਰਾ ਬਾਰਡਰ ਦਾ ਗੁਰਦੁਆਰਾ, ਉੱਥੇ ਬੈਠੇ ਛੋਟੇ ਬੱਚੇ, ਉਹਨਾਂ ਦਾ ਮੈਂ ਪੁੱਛ ਰਿਹਾ ਤੇ ਉਹ ਉਹਨਾਂ ਨੂੰ ਗੁਰੂ ਨਾਨਕ ਦੇਵ ਜੀ ਦਾ ਨਾਮ ਤੱਕ ਨਹੀਂ ਪਤਾ ਸੀ, ਪਰ ਸਿੱਖੀ ਸਾਂਭ ਕੇ ਰੱਖੀ ਸੀ। ਹਰ ਇੱਕ ਬੱਚੇ ਦੇ ਸਿਰ ਤੇ ਪੂਰਾ ਕੇਸ ਸੀਗੇ, ਸਾਂਭ ਕੇ ਰੱਖੀ ਸਿੱਖੀ। ਤੇ ਉਹ ਤੋਂ ਮੈਂ ਬੜਾ ਪ੍ਰਭਾਵਿਤ ਹੋਇਆ ਕਿ ਇਹਨਾਂ ਨੇ ਸਿੱਖੀ ਨਾਲ ਕਿਤਨਾ ਪਿਆਰ ਆ, ਭਾਵੇਂ ਇਹਨਾਂ ਪੰਜਾਬੀ ਨਹੀਂ ਆਉਂਦੀ ਜਾਂ ਉਹ ਸਾਡੀ ਅਣਗਹਿਲੀ ਹੈ ਗੁਰੂ ਘਰ ਘੱਟ ਹੋਣ ਕਰਕੇ। ਤੇ ਜਦੋਂ ਉਸ ਤੋਂ ਬਾਅਦ ਮੇਰੀ ਆਸ਼ਾ ਸੀ ਕਿ ਜਿਹੜੇ ਪਿੰਡ ਵਿੱਚ ਜਾ ਕੇ ਜਿਹੜੇ ਉਹਨਾਂ ਦੀ ਰੋਜ਼ਾਨਾ ਦੀ ਜ਼ਿੰਦਗੀ ਜਾਂ ਜਿੱਦਾਂ ਉਹ ਵਸਦੇ ਆ ਉਹ ਦਿਖਾਲਿਆ ਜਾਵੇ, ਕਿਉਂਕਿ ਸਿੱਖ ਚੈਨਲ ਦਾ ਜਿਹੜਾ ਪ੍ਰੋਜੈਕਟ, ਮੈਂ ਇਹ ਕਹਿਣ ਨੂੰ ਗਰੇਜ ਨਹੀਂ ਕਰਦਾ ਕਿ ਮੈਂ ਮੰਨਦਾ ਕਿ ਸਭ ਤੋਂ ਵੱਡਾ ਪ੍ਰੋਜੈਕਟ ਸੀ। ਜਿਹੜਾ ਪ੍ਰੋਜੈਕਟ ਹੋਰ ਵੀ ਕੀਤੇ, ਬਥੇਰੇ ਕੀਤੇ, ਪਰ ਦਿਸ ਵਾਜ਼ ਦਾ ਬੈਸਟ ਵਨ।
ਹੁਣ ਉਹ ਬਜ਼ੁਰਗ ਦੀ ਮੈਂ ਇੰਟਰਵਿਊ ਲੈ ਰਿਹਾ, ਉਹ ਕਹਿੰਦਾ ਜੀ ਮੈਨੂੰ ਮੇਰੇ 9 ਪੁਸ਼ਤਾਂ ਹੋ ਗਈਆਂ ਇੱਥੇ ਬੈਠਿਆਂ ਨੂੰ ਆਹ ਦੇਖਣ ਨੂੰ। ਤੇ ਉਦੋਂ ਦਾ ਭਰ ਆਉਂਦਾ ਜਦੋਂ ਉਹ ਕਹਿੰਦਾ 9 ਪੁਸ਼ਤਾਂ ਹੋ ਗਈਆਂ ਆਹ ਨਿਸ਼ਾਨ ਸਾਹਿਬ ਦੇਖਣ ਨੂੰ। ਉਹ ਗੁਰਦੁਆਰੇ ਦੇ ਪਿਛਲੇ ਪਾਸੇ ਰਹਿੰਦਾ ਉਹ। ਤੇ ਉਦੋਂ ਬਾਅਦ ਅਸੀਂ ਕੋਸ਼ਿਸ਼ ਕੀਤੀ ਹੈ ਘਰ ਘਰ ਜਾ ਕੇ ਦਿਖਾਲਣ ਦੀ, ਤੇ ਤਾਂ ਕਿ ਜਿਹੜਾ ਆਪਾਂ ਮਹਿਸੂਸ ਕਰ ਸਕੀਏ ਕਿ ਉਹ ਕਿਹਨਾਂ ਹਾਲਾਤਾਂ ਵਿੱਚ ਰਹਿ ਕੇ ਉਹਨਾਂ ਨੇ ਸਿੱਖੀ ਕਾਇਮ ਰੱਖੀ ਹੋਈ ਹੈ। ਅਸੀਂ ਇੱਥੇ ਬੈਠੇ ਹਰ ਤਰ੍ਹਾਂ ਦੇ ਐਸ਼ ਕਰਦੇ ਹਾਂ, ਤੇ ਜਿਹੜੇ ਉਹ ਸਿੱਖ ਨੇ ਉਹ ਉਹਦੇ ਵਿੱਚ ਹੀ ਸੰਤੁਸ਼ਟ ਨੇ, ਪਰ ਉਹ ਗੁਰੂ ਤੋਂ ਬੇਮੁਖ ਨਹੀਂ ਹੋਏ। ਹੁਣ ਅਗਲਾ ਪੜਾਅ ਹੈ ਉਹਨਾਂ ਨੂੰ ਗੁਰੂ ਦੇ ਲੜ ਲਾਉਣਾ, ਪੰਜਾਬੀ ਪੜ੍ਹਾ ਕੇ ਕਿਸ ਤਰ੍ਹਾਂ ਗੁਰੂ ਦੇ ਲੜ ਲਾਉਣਾ। ਇਹ ਅਗਲਾ ਔਨਗੋਇੰਗ ਪ੍ਰੋਜੈਕਟ ਆ। ਗੁਰਦੁਆਰਾ ਸ਼ੁਰੂ ਹੋ ਗਿਆ, ਇਹਦਾ ਇਹ ਮਤਲਬ ਨਹੀਂ ਕਿ ਉਹ ਪ੍ਰੋਜੈਕਟ ਖਤਮ ਹੋ ਗਿਆ। ਗੁਰਦੁਆਰਾ ਸ਼ੁਰੂ ਅਤੇ ਉਹ ਅਸੀਂ ਸਭ ਕੁਝ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਤੇ ਮੈਂ ਵਿਚਰਦਾ ਵੀ ਜਦੋਂ ਸੰਗਤ ਵਿੱਚ ਵਿਚਰਦਾ, ਤੇ ਲੋਕਾਂ ਵਿੱਚ ਇਹ ਚਾਅ ਹੈ ਕਿ ਅਸੀਂ ਉੱਥੇ ਜਾਣਾ। ਹੁਣ ਇਹ ਵੀ ਹੋਣਾ ਕਿ ਉੱਥੇ ਕਮਰੇ ਅਕੋਮੋਡੇਸ਼ਨ ਬਣਾਉਣ ਵਾਸਤੇ, ਕਿਉਂਕਿ ਇੱਕ ਤੇ ਉਹ ਪੇਂਡੂ ਜ਼ਿੰਦਗੀ ਬੜਾ ਨੈਚੁਰਲ ਜਿਹਾ, ਦੂਸਰਾ ਉੱਥੇ ਰਾਤੀ ਬੈਠੇ ਸੀ, ਉਹ ਆਪਣੇ ਇੱਕ ਪਹਿਰੇਦਾਰ ਛਿਟੀ ਲਾ ਕੇ ਬੈਠਾ। ਮੈਂ ਕਿਹਾ ਤੁਸੀਂ ਕਰਦੇ? ਅਸੀਂ ਪਹਿਰੇਦਾਰ ਹਾਂ, ਕੋਈ ਪੁਲਿਸ ਨਹੀਂ। ਇੱਕ ਪਹਿਰੇਦਾਰ ਛੋਟੀ ਜਿਹੀ ਛੁੱਟੀ ਲੈ ਕੇ ਬੂਹੇ ਖੁੱਲੇ, ਝੁੱਗੀਆਂ ਦੇ ਝੁੱਗੀਆਂ ਨੂੰ ਕੀ ਜਿੰਦਾ ਲਾਉਣਾ। ਸੋ ਬੜੀ, ਜੇ ਇੰਡੀਆ ਅੱਜ ਤੋਂ 50 ਸਾਲ ਪਿੱਛੇ ਲੈ ਜਾਓ, ਉਹ ਉੱਥੇ ਦਾ ਸਰਕਮਸਟੈਂਸਸ ਆ। ਤੇ ਸਿੱਖ ਚੈਨਲ ਨੇ ਜਿਹੜਾ ਇਹ ਸੰਗਤਾਂ ਦੇ ਉਤਸ਼ਾਹ ਨਾਲ, ਤੇ ਮੈਂ ਹਾਲੇ ਵੀ ਕਹਿੰਦਾ ਕਿ ਸੰਗਤਾਂ ਵਿੱਚ ਬੜਾ ਉਤਸ਼ਾਹ ਹੈ। ਇੱਥੇ 4th 5ਵੀਂ ਜਨਰੇਸ਼ਨ ਆ, ਪ੍ਰੋਵਾਈਡਿੰਗ ਅਸੀਂ ਦਿਖਾ ਸਕੀਏ ਐਂਡ ਪ੍ਰੋਡਕਟ ਪੈਸਾ ਕਿੱਥੇ ਲੱਗਦਾ, ਸੰਗਤਾਂ ਪੈਸੇ ਲਈ ਫਿਰਦੀਆਂ। ਹੁਣ ਮੈਂ ਉਹ ਝੁੱਗੀ ਛੋਟੀ ਜਿਹੀ ਦਿਖਾ ਲਈ, ਉਦੋਂ ਰਾਤ ਨੂੰ ਪ੍ਰੋਗਰਾਮ ਕਰਕੇ ਹਟਿਆ, 12:30 ਟੈਲੀਫੋਨ ਇੰਗਲੈਂਡ ਤੋਂ ਜਾਂਦਾ, ਡਾਕਟਰ ਸਾਹਿਬ ਸਾਨੂੰ ਦੱਸੋ ਐਡਰੈਸ ਕਿੱਥੇ, ਅਸੀਂ ਉਹਦਾ ਘਰ ਬਣਾ ਕੇ ਦੇਣਾ। ਫਿਰ ਸਵੇਰੇ ਤੁਸੀਂ ਗਏ ਮੇਰੇ ਨਾਲ ਪੈਸੇ ਹਾਂ, ਉਹ ਸੰਗਤਾਂ ਵਿੱਚ ਇੰਨਾ ਉਤਸ਼ਾਹ ਹੈ, ਸੰਗਤਾਂ ਸੇਵਾ ਕਰਨੀਆਂ ਚਾਹੁੰਦੀਆਂ। ਹਾਂਜੀ। ਤੇ ਜੇ ਅਸੀਂ ਐਂਡ ਤੇ ਲਾਇਆ, ਹੁਣ ਜਿੱਦਾਂ ਲੱਗਾ ਆ, ਤੇ ਗਾਂ ਵੀ ਉਹ ਪ੍ਰੋਜੈਕਟ ਚੱਲਦਾ ਰਹੇ, ਕਿਉਂਕਿ ਉਹ ਸਾਡੇ ਭਰਾ ਨੇ। ਹਾਂਜੀ। ਹੁਣ ਉਹ 1838 ਦੇ ਉੱਥੇ ਬੈਠੇ ਨੇ, ਦੇ ਲੋ ਕਿੰਨਾ ਚਿਰ ਬੈਠਾ ਹੋਇਆ, ਹਾਲੇ ਤੱਕ ਉਹਨਾਂ ਸਿੱਖੀ ਸਾਂਭ ਕੇ ਰੱਖੀ ਹੈ। ਤੇ ਹੁਣ ਗੁਰੂ ਦੇ ਲੜ ਲਾਉਣਾ ਇਹ ਸਾਡਾ ਫਰਜ਼ ਬਣਦਾ ਹੈ। ਬਿਲਕੁਲ ਜੀ। ਉੱਥੇ ਸਕੂਲ ਖੋਲ੍ਹ ਕੇ ਉਹਨਾਂ ਪੰਜਾਬੀ ਪੜ੍ਹਾ ਕੇ, ਜਿਹੜਾ ਪਟਿਆਲੇ ਤੋਂ ਗਿਆਨੀ ਹੋਣੀ ਗਏ, ਬੜਾ ਸੋਹਣਾ ਉਪਰਾਲਾ ਕਰ ਰਹੇ ਨੇ, ਉਹ ਬੱਚਿਆਂ ਨੂੰ ਕੀਰਤਨ ਵੀ ਸਿਖਾ ਰਹੇ ਨੇ। ਸੋ ਇਹ ਇਸ ਔਨਗੋਇੰਗ ਪ੍ਰੋਜੈਕਟ ਤੇ ਇਹਦੇ ਵਿੱਚ ਸਿੱਖ ਚੈਨਲ ਨੇ ਇਸੇ ਤਰ੍ਹਾਂ ਉਮੀਦ ਹੈ ਕਿ ਇਸੇ ਤਰ੍ਹਾਂ ਸਿੱਖ ਚੈਨਲ ਮੋਹਰੀ ਬਣ ਕੇ ਇਹ ਪ੍ਰੋਗਰਾਮ ਇਦਾਂ ਦੇ ਕਰਦਾ ਰਹੇਗਾ। ਇਹ ਜਿਸ ਤਰ੍ਹਾਂ ਡਾਕਟਰ ਸਾਹਿਬ ਦੱਸਿਆ ਕਿ ਉੱਥੇ ਸਕੂਲ ਦਾ ਆਪਾਂ ਗੁਰਮੁਖੀ ਪੜਾਉਣੀ ਆ, ਔਰ ਤੁਸੀਂ ਖੁਦ ਉੱਥੇ ਜਿੱਥੇ ਆਪਾਂ ਸਕੂਲ ਚਲਾ ਰਹੇ ਵੇਖਿਆ, ਦਰਸ਼ਕਾਂ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਇਹ ਨਾ ਸੋਚੋ ਕਿ ਗੁਰਦੁਆਰਾ ਬਣ ਗਿਆ ਤੇ ਸੇਵਾਵਾਂ ਉੱਥੇ ਜਾਰੀ ਨਹੀਂ ਆ, ਸੇਵਾ ਉੱਥੇ ਕੰਟੀਨਿਊ ਹੋ ਰਹੀ ਆ। ਸੋ ਤੁਹਾਡੇ ਸਪੋਰਟ ਦੀ ਲੋੜ ਹੈ, ਕੰਟੀਨਿਊ ਉੱਥੇ ਸੇਵਾ ਜਾ ਰਹੀ ਆ। ਉੱਥੇ ਬੱਚਿਆਂ ਦਾ ਭਵਿੱਖ, ਜਿੱਦਾਂ ਡਾਕਟਰ ਸਾਹਿਬ ਨੇ ਦੱਸਿਆ ਕਿ ਉਹ ਝੌਂਪੜੀਆਂ 'ਚ ਰਹਿ ਕੇ ਵੀ ਇੰਨੇ ਆਨੰਦ ਦੇ ਵਿੱਚ ਉਹਨਾਂ ਨੇ ਸਿੱਖੀ ਸਾਂਭੀ ਆ, ਤੇ ਸੇਵਾਵਾਂ ਜਾਰੀ ਆ। ਤੇ ਤੁਸੀਂ ਆਪਣੀਆਂ ਸੇਵਾਵਾਂ ਇਸੇ ਤਰ੍ਹਾਂ ਦਸਵੰਧ ਕੱਢ ਕੇ ਤੇ ਆਪਾਂ ਉੱਥੇ ਭੇਜ ਕੇ ਦੇਣਾ। ਇਹ ਵੀ ਬੇਨਤੀ ਕਰਨੀ ਹੈ ਕਿ ਜੇ ਤੁਸੀਂ ਇੱਥੋਂ ਹੌਲੀਡੇ ਜਾਂਦੇ ਹੋ, ਪਿੰਡਾਂ ਵਿੱਚ ਫਿਰ ਕੇ ਨਾ ਆ ਜਾਇਆ ਕਰੋ। ਉਹ ਜਾ ਕੇ ਗਰੀਬ ਸਿੱਖਾਂ ਦੀ ਉਹਨਾਂ ਹਾਲਾਤ ਦੇਖੋ। ਸਿੱਧੇ ਇੱਥੋਂ ਕਠਮੰਡੂ ਫਲਾਈਟ ਜਾਂਦੀ ਆ, ਉੱਥੋਂ ਗਾ ਨੇਪਾਲਗੰਜ, ਲਖਨਊ ਤੋਂ ਵੀ ਜਾਂਦੇ ਤੇ ਉੱਥੇ ਨਾਲੇ ਤੇ ਰਿਹਾਇਸ਼ ਦਾ ਬੰਦੋਬਸਤ ਤੁਸੀਂ ਕਰ ਸਕਦੇ ਹੋ, ਹਰ ਤਰ੍ਹਾਂ ਦੀ ਫੈਸਿਲਿਟੀ ਹੈ। ਜਾ ਕੇ ਅੱਖੀਂ ਦੇਖੋ, ਜਿਹੜਾ ਅੱਖੀਂ ਦੇਖਣਾ ਤੇ ਕੰਨਾਂ ਸੁਣਨਾ ਬਹੁਤ ਫਰਕ ਹੁੰਦਾ ਹੈ। ਹਾਂਜੀ। ਜਾ ਕੇ ਦੇਖੋ ਤਾਂ ਕਿ ਆਪਾਂ ਇਸ ਸੇਵਾ ਦੇ ਵਿੱਚ ਪੂਰਾ ਹੱਥ ਵਟਾ ਸਕੀਏ। ਥੈਂਕ ਯੂ ਵੈਰੀ ਮੱਚ। ਇਹ ਜਿਹੜੀ ਪ੍ਰੋਜੈਕਟ ਨੇਪਾਲ ਦੀ ਰੱਖੀ ਸੀ, ਇਹ 12 ਮਹੀਨੇ ਦੀ ਪ੍ਰੋਜੈਕਟ ਸਮਝ ਲਓ, ਕਾਫੀ ਦੇਰ ਹੋ ਗਈ ਪ੍ਰੋਜੈਕਟ ਕਰਦੇ ਨੂੰ। ਇਸ ਪ੍ਰੋਜੈਕਟ ਵਿੱਚ ਕੋਆਰਡੀਨੇਟਰ ਦਾ ਬਹੁਤ ਯੋਗਦਾਨ ਸੀ। ਸਾਡੇ ਰਮਨਦੀਪ ਕੌਰ ਸਾਡੇ ਨਾਲ ਜੁੜੇ ਹੈਗੇ। ਰਮਨਦੀਪ ਕੌਰ ਸਾਡੇ ਸੀਨੀਅਰ ਸਿੱਖ ਚੈਨਲ ਦੇ ਪ੍ਰੋਡਿਊਸਰ ਹੈਗੇ, ਕੋਆਰਡੀਨੇਟਰ ਇੰਟਰਨੈਸ਼ਨਲ ਤੌਰ 'ਤੇ। ਇਹਨਾਂ ਨੂੰ ਕਾਫੀ ਕੰਮ ਪਿਆ ਸੀ। ਜਿਹੜੇ ਉੱਥੇ ਦੇ ਮਿਸਤਰੀ ਆ, ਹੁਣ ਇੱਥੇ ਕੰਮ ਕਰਨਾ ਬਹੁਤ ਸੌਖਾ ਆ, ਕੰਟਰੈਕਟ ਦੇਵੋ, ਪੈਸੇ ਦੇਵੋ, ਕੰਮ ਹੋ ਜਾਂਦਾ। ਪਰ ਉੱਥੇ ਕੰਮ ਕਰਨਾ ਡੇਲੀ ਟੈਲੀਫੋਨ ਕਰਨਾ ਪੈਂਦਾ ਸੀ, ਡੇਲੀ। ਜਿਹੜੇ ਉੱਥੇ ਮਿਸਤਰੀ ਆ ਕੀ ਕਰਦੇ, ਕਿੱਥੇ ਪਹੁੰਚੇ, ਪੰਜਾਬ ਤੋਂ ਵੀ ਟੀਮਾਂ ਭੇਜਣੀਆਂ ਪਈਆਂ। ਇਸ ਕਰਕੇ ਰਮਨਦੀਪ ਕੌਰ ਨੇ ਬਹੁਤ ਕੰਮ ਕੀਤਾ ਇਸ ਵਾਸਤੇ। ਨਾਲ ਸਾਡੇ ਕਾਰਤਿਕ ਜੀ, ਕਾਰਤਿਕ ਇਸ ਵੇਲੇ ਉਹ ਕੈਮਰੇ ਦਾ ਸੇਵਾ ਕਰਦੇ ਇਸ ਪ੍ਰੋਗਰਾਮ ਵਾਸਤੇ। ਇਸੇ ਤਰ੍ਹਾਂ ਉਹਨੇ ਨੇਪਾਲ ਦੀ ਬਹੁਤ ਪ੍ਰੋਗਰਾਮਿੰਗ ਦੀ ਸੇਵਾ ਕੀਤੀ। ਰਮਨਦੀਪ ਜੀ, ਤੁਸੀਂ ਕੀ ਕਹੋਗੇ ਇਸ ਪ੍ਰੋਜੈਕਟ ਬਾਰੇ? ਸ਼ੁਰੂਆਤ ਕਿਸ ਤਰ੍ਹਾਂ ਹੋਈ ਸੀ, ਕਿੰਨਾ ਕੰਮ ਤੁਹਾਨੂੰ ਪਿਆ? ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹੂੰਗੀ ਕਿ ਜਦੋਂ ਇਹ ਮੈਨੂੰ ਪ੍ਰੋਜੈਕਟ ਦਿੱਤਾ ਗਿਆ ਸੀ ਤਾਂ ਮੈਨੂੰ ਲੱਗਦਾ ਸੀਗਾ ਕਿ ਬਹੁਤ ਡਿਫਿਕਲਟ ਕੰਮ ਹੈ ਕਿ ਉੱਥੇ ਨੇਪਾਲ ਬਹੁਤ ਰਿਮੋਟ ਏਰੀਆ ਉੱਥੇ ਕਿ ਉਹਨਾਂ ਨੂੰ ਪੰਜਾਬੀ ਨਹੀਂ ਆਉਂਦੀ, ਉਹਨਾਂ ਨੂੰ ਹਿੰਦੀ 'ਚ ਗੱਲ ਕਰਨੀ ਪੈਂਦੀ ਆ। ਹਿੰਦੀ ਵੀ ਸਿੰਪਲ ਹਿੰਦੀ ਨਹੀਂ ਕਿ ਉਹਨਾਂ ਨੂੰ ਥੋੜੀ ਡਿਫਰੈਂਟ ਤਰੀਕੇ ਦੀ ਉਹ ਹਿੰਦੀ ਬੋਲਦੇ ਆ ਕਿ ਉਹਨਾਂ ਨੂੰ ਸਮਝਣਾ ਬਹੁਤ ਔਖਾ ਹੈ। ਇੱਕ ਉੱਥੇ ਜਿਹੜੇ ਵਰਡ ਯੂਜ਼ ਕਰਦੇ ਆ, ਬਾਕੀ ਜਿਵੇਂ ਆਪਾਂ 1 2 ਕਹਿੰਦੇ ਆ, ਗਿਣਤੀ ਕਰਦੇ ਆ, ਉਹ ਗਿਣਤੀ ਵੀ ਉਹਨਾਂ ਦੀ ਡਿਫਰੈਂਟ ਆ, ਉਹ ਲਿਖਣ ਦਾ ਤਰੀਕਾ ਡਿਫਰੈਂਟ ਆ। ਸੋ ਹਿਸਾਬ ਕਿਤਾਬ ਕਰਨਾ ਸਾਰਾ ਇੱਕ ਚੈਲੰਜ ਦੀ ਤਰ੍ਹਾਂ ਸੀ ਮੇਰੇ ਲਈ। ਪਰ ਜਦੋਂ ਮਤਲਬ ਸੰਗਤਾਂ ਦਾ ਸਹਿਯੋਗ ਮਿਲਿਆ, ਜਦੋਂ ਮੈਂ ਸਟਾਰਟ ਕੀਤਾ, ਕੰਟਰੈਕਟਰ ਨਾਲ ਗੱਲ ਕੀਤੀ, ਤਾਂ ਹੌਲੀ ਹੌਲੀ ਲੱਗਣ ਲੱਗ ਗਿਆ ਕਿ ਨਹੀਂ ਇਹ ਠੀਕ ਆ, ਕਰ ਸਕਦੇ ਆ। ਮੈਨੂੰ ਸਪੋਰਟ ਬਹੁਤ ਜ਼ਿਆਦਾ, ਮਤਲਬ ਸਿੱਖ ਚੈਨਲ ਨੂੰ ਇੰਨੀਆਂ ਜ਼ਿਆਦਾ ਕਾਲਸ ਆਉਣੀਆਂ ਸ਼ੁਰੂ ਹੋ ਗਈਆਂ ਕਿ ਲੱਗਣ ਲੱਗ ਗਿਆ ਕਿ ਨਹੀਂ ਠੀਕ ਆ, ਅਸੀਂ ਕਰ ਸਕਦੇ ਆ ਇਹਨੂੰ। ਸੋ ਜਦੋਂ ਫਰਦਰ ਔਨ ਚੱਲਦਾ ਰਿਹਾ, ਮੈਨੂੰ ਰੈਗੂਲਰ ਡੇਲੀ ਉਹਨਾਂ ਨਾਲ ਗੱਲ ਕਰਨੀ ਪੈਂਦੀ ਸੀ, ਕਿੰਨੇ ਬੰਦੇ ਕੰਮ ਤੇ ਲੱਗੇ ਆ ਜਾਂ ਕਿਵੇਂ ਚੱਲ ਰਿਹਾ, ਕੀ ਹੋ ਰਿਹਾ, ਕੀ ਪ੍ਰੋਗਰੈਸ ਆ। ਹੌਲੀ ਹੌਲੀ ਚਲੋ ਜਿੱਦਾਂ ਸੰਗਤਾਂ ਵੱਲੋਂ ਸਹਿਯੋਗ ਆਈ ਗਿਆ, ਆਪਾਂ ਕਰੀ ਗਏ। ਪਰ ਜਦੋਂ ਇਹ ਗੁਰਦੁਆਰਾ ਸਾਹਿਬ ਦੀ ਅਸੀਂ ਉਦਘਾਟਨ ਦਾ ਪ੍ਰੋਗਰਾਮ ਰੱਖਿਆ ਤਾਂ ਉਦੋਂ ਇੱਕ ਸਭ ਤੋਂ ਵੱਡਾ ਚੈਲੰਜ ਸੀ, ਉਸ ਤੋਂ 2 ਮਹੀਨੇ ਪਹਿਲਾਂ, ਕਿ ਇਹਨੂੰ ਉਸ ਜਗ੍ਹਾ ਤੇ ਕਿਵੇਂ ਲੈ ਕੇ ਜਾਣਾ ਕਿ ਇਹਦਾ ਅਸੀਂ ਉਦਘਾਟਨ ਕਰ ਸਕੇ ਜਿੰਨੀ ਜਲਦੀ ਹੋ ਸਕਦਾ, ਕਿਉਂਕਿ ਉੱਥੋਂ ਦੀ ਜਿਹੜੀ ਕਮਿਊਨਿਟੀ ਸੀ ਉਹ ਚਾਹੁੰਦੇ ਸੀ ਕਿ ਜਲਦੀ ਅਸੀਂ ਮਹਾਰਾਜ ਦੇ ਦਰਸ਼ਨ ਕਰੀਏ, ਜਲਦੀ ਤੁਸੀਂ ਲੈ ਕੇ ਆਓ, ਜਲਦੀ ਤੁਸੀਂ ਉਦਘਾਟਨ ਕਰੋ। ਸੋ ਬਹੁਤ ਜਲਦੀ ਸਾਨੂੰ ਇਹ ਸਾਰਾ ਕੁਝ ਕਰਨਾ ਪਿਆ। ਪਰ ਸਭ ਤੋਂ ਵੱਡੀ ਗੱਲ ਇਹ ਆ ਕਿ ਜੇ ਸੰਗਤ ਸਹਿਯੋਗ ਨਾ ਦਿੰਦੀ ਤਾਂ ਇਹ ਇੰਨੀ ਜਲਦੀ ਨਹੀਂ ਹੋ ਸਕਣਾ ਸੀਗਾ। ਪਰ ਉਸ ਤੋਂ ਬਾਅਦ ਚਲੋ ਠੀਕ ਆ, ਹੋ ਗਿਆ। ਵੈਸੇ ਤਾਂ ਵਾਹਿਗੁਰੂ ਨੇ ਕੀਤਾ ਜੋ ਵੀ ਕੀਤਾ, ਇਹਦੇ 'ਚ ਸਾਡਾ ਤਾਂ ਕੋਈ ਯੋਗਦਾਨ ਨਹੀਂ, ਪਰ ਅਸੀਂ ਸਿਰਫ ਇੱਕ ਸਾਧਨ ਆ ਜੋ ਅਸੀਂ ਕਰਦੇ ਹਾਂ। ਪਰ ਉਹਦੇ ਨਾਲ ਸਿੱਖ ਚੈਨਲ ਦਾ, ਬਾਕੀ ਜਿੰਨੇ ਵੀ ਸਾਡੇ ਪ੍ਰੈਜ਼ੈਂਟਰ ਆ, ਰਾਮੇਵਾਲ ਅੰਕਲ, ਸਾਧੂ ਸਿੰਘ ਅੰਕਲ, ਸਾਰਿਆਂ ਦਾ ਬਹੁਤ ਜ਼ਿਆਦਾ ਸਪੋਰਟ ਮਿਲਿਆ, ਤਾਂ ਹੀ ਇਹ ਸਾਰਾ ਸਿਰੇ ਹੋ ਗਿਆ। ਨਹੀਂ ਤਾਂ ਮਤਲਬ ਥੋੜਾ ਮੁਸ਼ਕਲ ਲੱਗਦਾ ਸੀਗਾ ਸਟਾਰਟਿੰਗ ਦੇ ਵਿੱਚ। ਇਹ ਹੈਗਾ ਵੀ ਟੀਮ ਵਰਕ ਨਾ ਹੋਇਆ, ਟੀਮ ਵਰਕ ਨਾ ਹੋਇਆ। ਹਾਂਜੀ, ਬਿਲਕੁਲ ਟੀਮ ਵਰਕ ਨਾ ਹੁੰਦਾ, ਇਕੱਲਾ ਕੋਈ ਨਹੀਂ ਕਰ ਸਕਦਾ। ਹੁਣ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਅਸੀਂ 5 ਜਾਣੇ ਹੈਗੇ, ਇਕੱਲੇ 5 ਜਾਣੇ ਨਾਲ ਸਤਨਾਮ ਸਿੰਘ ਪੰਜਾਬ, ਕਾਰਤਿਕ, ਗੁਰਪ੍ਰੀਤ ਸਿੰਘ ਸੰਧੂ, ਸਾਡੇ ਹੋਰ ਸਾਰੇ ਬਹੁਤ ਟੀਮ ਨੂੰ ਉੱਥੇ ਰਹਿਣਾ ਪਿਆ। ਉਹ ਜਦੋਂ ਸਟਾਰਟਿੰਗ ਤੋਂ ਲੈ ਕੇ ਹੁਣ ਤੱਕ ਹਾਲੇ ਵੀ ਟੀਮ ਉੱਥੇ ਆ, ਹਾਲੇ ਵੀ ਉੱਥੇ ਕੰਮ ਚੱਲ ਰਿਹਾ। ਮਤਲਬ ਇਹ ਨਹੀਂ ਹੈਗਾ ਕਿ ਅਸੀਂ ਉਦਘਾਟਨ ਕਰਤਾ ਤੇ ਉੱਥੇ ਕੰਮ ਹੋ ਗਿਆ, ਸਮਾਪਤ ਹੋ ਗਿਆ, ਚਲੋ ਜੀ ਉੱਥੇ ਪਾਠ ਚੱਲਦਾ। ਪਰ ਹਾਲੇ ਵੀ ਸਾਡਾ ਬਿਲਡਿੰਗ ਕੰਮ ਰਹਿੰਦਾ, ਗੁੰਬਦ ਬਣਾਉਣ ਵਾਲਾ ਰਹਿੰਦਾ, ਉੱਪਰ ਰੂਮ ਬਣਾਉਣ ਵਾਲਾ ਰਹਿੰਦਾ। ਅਸੀਂ ਸੋਚਦੇ ਸੀ ਜਿਹੜਾ ਸੁਖਾਸਨ ਵਾਲਾ ਰੂਮ ਆ ਅਸੀਂ ਉੱਪਰ ਬਣਾਈਏ, ਉਹ ਪਹਿਲਾਂ ਪਲਾਨ ਨਹੀਂ ਸੀਗਾ। ਪਰ ਹੁਣ ਉਹ ਸੰਗਤਾਂ ਵੱਲੋਂ ਸਾਨੂੰ ਇੰਨਾ ਕੁ ਰਿਸਪੌਂਸ ਆ ਰਿਹਾ, ਉਹ ਕਹਿੰਦੇ ਕਿ ਨਹੀਂ ਤੁਸੀਂ ਉੱਪਰ ਬਣਾਓ, ਮਹਾਰਾਜ ਦੀ ਜ਼ਿਆਦਾ ਜਿੱਦਾਂ ਹੁੰਦੀ ਆ ਰਿਸਪੈਕਟ ਹੁੰਦੀ ਆ, ਤਾਂ ਉਹ ਵੀ ਰਿਸਪੌਂਸ। ਬਾਕੀ ਉਹਦੇ ਨਾਲ ਹਾਲੇ ਮੈਨੂੰ ਬਹੁਤ ਕਾਲਸ ਆ ਰਹੀਆਂ, ਕੋਈ ਕਹਿੰਦਾ ਅਸੀਂ ਆਈ ਕੈਂਪ ਲਾਣਾ, ਕੋਈ ਕਹਿੰਦਾ ਅਸੀਂ ਡੈਂਟਲ ਚੈੱਕਅਪ ਕੈਂਪ ਲਾਣਾ, ਕੋਈ ਕਹਿੰਦਾ ਅਸੀਂ ਉੱਥੇ ਸਾਈਕਲ ਦੇਣੇ ਆ। ਇੱਕ ਮਲਕੀਤ ਸਿੰਘ ਦਿਲਖੁਸ਼ ਅੰਕਲ ਆ, ਉਹਨਾਂ ਦੀ ਮੈਨੂੰ ਰੈਗੂਲਰ ਕਾਲ ਆਉਂਦੀ ਆ, ਰਮਨ ਨੂੰ ਮੈਨੂੰ ਪਤਾ ਕਰਕੇ ਦੇ ਪ੍ਰਾਈਸ, ਸਾਈਕਲ ਲੈ ਕੇ ਦੇਣੇ, ਉਹਨਾਂ ਨੂੰ ਬਾਈਸਾਈਕਲ ਲੈ ਕੇ ਦੇਣੇ ਆ, ਉਹਨਾਂ ਨੂੰ ਕੰਮ ਚਲਾ ਕੇ ਦੇਣਾ। ਜਿੱਦਾਂ ਰੇਹੜੀਆਂ ਹੁੰਦੀਆਂ ਇੰਡੀਆ ਦੇ ਵਿੱਚ, ਸਬਜ਼ੀਆਂ ਵੇਚਦੇ ਆ, ਇਦਾਂ ਦਾ ਕੈਂਪ, ਇਦਾਂ ਦੀਆਂ ਚੀਜ਼ਾਂ ਮਤਲਬ ਬਾਈ ਕਰਕੇ ਦੇਣੀਆਂ। ਜਿੱਦਾਂ ਕੋਈ ਟੀਚਰ ਆ, ਉਹ ਕਾਲ ਕਰਦੇ ਆ, ਕਹਿੰਦੇ ਅਸੀਂ ਉੱਥੇ ਪੜ੍ਹਾਉਣਾ, ਬੱਚਿਆਂ ਨੂੰ ਅਸੀਂ ਪੜ੍ਹਾਉਣਾ ਚਾਹੁੰਦੇ ਆ, ਅਸੀਂ ਉੱਥੇ ਕੈਂਪ ਲਾਉਣਾ ਚਾਹੁੰਦੇ ਆ। ਤੁਸੀਂ ਚਾਹੁੰਦੇ ਵੀ ਸਾਰੇ ਹਾਲੇ ਵੀ ਮਤਲਬ ਬਹੁਤ ਜ਼ਿਆਦਾ ਸਪੋਰਟ ਮਿਲ ਰਿਹਾ, ਹਾਲੇ ਵੀ ਬਹੁਤ ਜ਼ਿਆਦਾ ਕਾਲਸ ਆ ਰਹੀਆਂ ਇਦਾਂ ਦੀਆਂ ਕਿ ਤੁਸੀਂ ਪਲਾਨ ਕਰੋ। ਕਰਨ ਵਾਸਤੇ ਆਪਾਂ ਨੂੰ ਉੱਥੇ ਅਕੋਮੋਡੇਸ਼ਨ ਬਣਾਉਣੀ ਪੈਣੀ ਹੈ, ਇਹ ਸਭ ਤੋਂ ਜ਼ਰੂਰੀ ਆ, ਕਿਉਂਕਿ ਉਹ ਜਗ੍ਹਾ 3-4 ਏਕੜ ਹੈਗੀ ਆ, ਉਹ ਦੁਆਲੇ 4 ਦੀਵਾਰੀ ਹੋਏ ਤੇ ਪਿੱਛੇ ਅਕੋਮੋਡੇਸ਼ਨ ਵਾਸਤੇ ਛੋਟੇ ਕਮਰੇ, ਔਨ ਸਵੀਟ। ਇੱਥੋਂ ਜਿਹਨੇ ਜਾਣਾ ਨਾ ਉਹਨੇ ਫੈਸਿਲਿਟੀ ਮੰਗਣੀ ਆ। ਹੁਣ ਜਿਹੜਾ ਹੋਟਲ ਸੀ ਜਿੱਥੇ ਠਹਿਰੇ ਸੀਗੇ ਉਹ ਭਾਵੇਂ 4-5 ਕਿਲੋਮੀਟਰ ਸੀ, ਘੰਟਾ ਜਾਣ ਨੂੰ ਲੱਗਦਾ, ਘੰਟਾ ਆਉਣ ਨੂੰ। ਸੜਕ ਟੁੱਟੀ, ਇਹ ਆਪਾਂ ਨੂੰ ਉੱਥੇ ਸਿੰਪਲ ਕਮਰੇ ਬਣਾਉਣੇ ਪੈਣੇ ਆ ਤਾਂ ਕਿ ਜਿਹੜੇ ਬਾਹਰੋਂ ਜਾਣ ਨਾ ਉੱਥੇ ਰਹਿ ਸਕਣ। ਇੱਕ ਡਾਕਟਰ ਸਾਹਿਬ ਹੋ ਰਿਹਾ ਕਿ ਜਿੱਦਾਂ ਰਮਨ ਨੇ ਦੱਸਿਆ ਵਾ, ਸੇਵਾਵਾਂ ਜਾਰੀ ਆ, ਕੋਈ ਗੁੰਮਤ ਦੀ ਸੇਵਾ ਲੈ ਸਕਦਾ, 4 ਦੀਵਾਰੀ ਅਜੇ ਹੋਣੀਆਂ, ਉਹਦੀ ਸੇਵਾਵਾਂ, ਹੋਰ ਵੀ ਸੇਵਾਵਾਂ ਜਿਹੜੀਆਂ ਨਿਰੰਤਰ ਜਾਰੀ ਆ। ਮੈਂ ਰਮਨ ਨੂੰ 20 ਤਰੀਕ ਨੂੰ ਆਇਆ, 20 ਮਾਰਚ ਨੂੰ ਆਇਆ, ਤੇ ਅੰਮ੍ਰਿਤਸਰ ਤੋਂ ਸਿੱਧੀ ਫਲਾਈਟ ਬਰਮਿੰਘਮ ਦੀ ਸੀ, ਤੇ ਤਕਰੀਬਨ ਉਹਦੇ ਵਿੱਚ 100 ਕੁ ਆਦਮੀ ਜਿਹੜਾ ਆਪਣਾ ਜਾਣਦਾ ਸੀ ਜੀ, ਜਿਨ੍ਹਾਂ ਨੇ ਮੈਨੂੰ ਸੱਦਿਆ ਵਾਰੀ। ਉਹਨਾਂ ਨੇ ਕਿਹਾ ਤੁਸੀਂ ਕਮਾਲ ਕਰ ਦਿੱਤੀ ਆ ਸਿੱਖ ਚੈਨਲ, ਜਿਹੜਾ ਤੁਸੀਂ ਇੱਕ ਉੱਥੇ ਜ਼ਰੂਰਤ ਸੀ, ਪਿਆਸੇ ਨੂੰ ਪਾਣੀ ਪਿਆਲਣ ਵਾਲੀ ਗੱਲ ਆ ਕਿ ਉੱਥੇ ਕੋਈ ਗੁਰਦੁਆਰਾ ਨਹੀਂ ਸੀਗਾ ਬਨ ਕਟੂਆ ਦੇ ਵਿੱਚ, ਤੇ ਉਹਨਾਂ ਨੇ ਕਿਹਾ ਜਿਹੜਾ ਉੱਥੇ ਟੈਂਟ ਲਾਇਆ ਸੀ, ਇੰਨਾ ਵੱਡਾ ਟੈਂਟ, ਉਹ ਵੀ ਇੱਕ ਰਮਨ ਤੁਸੀਂ ਕਹਿੰਦੇ ਟੈਂਟ ਬੜਾ ਵਧੀਆ ਹੋਣਾ ਚਾਹੀਦਾ, ਕਿੱਦਾਂ ਲੱਗਾ ਟੈਂਟ ਜਿਹੜਾ ਵਾ ਜਹਾਜ਼ ਦੇ ਵਿੱਚ ਬੈਠਿਆਂ ਨੇ? ਉਹਨਾਂ ਕਿਹਾ ਅੱਧਾ ਕਿਲੋਮੀਟਰ ਦਾ ਟੈਂਟ ਹੋਵੇ, ਏਡਾ ਟੌਪ ਦਾ ਟੈਂਟ ਹੋਵੇ। ਹਾਂਜੀ, ਮਤਲਬ ਕਹਾ ਸਾਨੂੰ ਦੱਸੋ ਜਿਹੜੇ ਖਾਸ ਸੀ ਐਜੂਕੇਸ਼ਨ ਦੀ ਪ੍ਰੋਜੈਕਟ, ਅਸੀਂ ਗੁਰਦੁਆਰਾ ਸਾਹਿਬ ਜਿੱਥੇ ਗੁਰਦੁਆਰਾ ਨਾਲ ਐਜੂਕੇਸ਼ਨ, ਅਸੀਂ UK ਤੋਂ ਟੀਚਰ ਲੈ ਕੇ ਗਏ ਸੀ, ਆਪਣੀ ਸੁਖੀ ਕੌਰ ਬ੍ਰੇਕਫਾਸਟ ਸ਼ੋ ਤੋਂ, ਸ਼ਰਨ ਕੌਰ, ਹਰਦੀਪ ਸਿੰਘ ਚੈਨਲ 8 ਦੇ ਉਹਨੇ ਸਿੱਖ ਕੈਂਪ ਵੀ ਲਾਈਆਂ ਸੀ,
ਗੁਰਮਤ ਕੈਂਪ ਲਾਈਆਂ। ਹੁਣ ਤੁਹਾਡੇ ਟੀਚਿੰਗ ਦਾ ਕੀ ਪਲਾਨ ਹੈਗੀ ਹੈ ਸਕੂਲ ਵਾਸਤੇ? ਹਾਂਜੀ, ਐਜੂਕੇਸ਼ਨ ਦਾ ਇਹ ਆ ਕਿ ਟੀਚਰ ਨੂੰ ਜਿੱਦਾਂ ਅਸੀਂ ਅਪਾਇੰਟ ਕਰ ਲਿਆ, ਉਹਨਾਂ ਨੇ ਸਟਾਰਟ ਕਰਨਾ ਫਸਟ ਤੋਂ। ਪਰ ਮੇਨ ਗੱਲ ਇਹ ਆ ਕਿ ਵੈਸੇ ਤਾਂ ਜਿਹੜੇ ਉੱਥੇ ਗ੍ਰੰਥੀ ਸਿੰਘ ਅਸੀਂ ਆਪਾਂ ਅਪਾਇੰਟ ਕੀਤੇ ਆ, ਉਹਦਾ ਇਹ ਆ ਕਿ ਉਹ ਸਿਰਫ ਉਹਨਾਂ ਨੂੰ ਗੁਰਬਾਣੀ ਸਿਖਾਉਂਦੇ ਆ, ਉਹਨਾਂ ਨੂੰ ਕੀਰਤਨ ਸਿਖਾਉਂਦੇ ਆ। ਪਰ ਜਿਹੜੇ ਉਹਨਾਂ ਨੂੰ ਇੰਗਲਿਸ਼, ਮੈਥਸ, ਉਹਨਾਂ ਨੂੰ ਉੱਥੇ ਕੋਈ ਨਹੀਂ ਪੜਾਉਂਦਾ। ਜਿਹੜੇ ਉੱਥੇ ਸਕੂਲ ਜਾਂਦੇ ਆ, ਉੱਥੇ ਵੀ ਉਹਨਾਂ ਨੂੰ ਬੇਸਿਕ ਜੀ ਨੌਲੇਜ ਦਿੱਤੀ ਜਾਂਦੀ। ਕੋਈ ਟੀਚਰ ਇਹਨੇ ਫੁੱਲੀ ਕੁਆਲੀਫਾਈਡ ਨਹੀਂ ਹੈਗੇ। ਜਿਹੜਾ ਆਪਾਂ ਟੀਚਰ ਅਪਾਇੰਟ ਕੀਤਾ ਉਹ ਕੁਆਲੀਫਾਈਡ ਟੀਚਰ ਆ, ਮਤਲਬ ਇਦਾਂ ਹੀ ਨਹੀਂ ਕੋਈ ਜਿੱਦਾਂ ਆਪਾਂ ਕਿਸੇ ਨੂੰ ਵੀ ਭੇਜ ਸਕਦੇ ਹਾਂ ਕੋਈ ਪ੍ਰੋਪਰਲੀ। ਉਹ ਹਾਂਜੀ, ਉਹ ਦਿੱਲੀ ਤੋਂ ਆ ਜਿਨ੍ਹਾਂ ਨੇ ਹੁਣ ਸਟਾਰਟ ਕਰਨਾ ਫਸਟ ਤੋਂ। ਜਿਹੜਾ ਨਾਲ ਦਾ ਸਕੂਲ ਹੈ ਨਾ, ਗੁਰਦੁਆਰੇ ਦੇ ਨਾਲ ਸਕੂਲ ਲੱਗਦਾ, ਉਹਦੇ ਵਿੱਚ ਅਸੀਂ ਗਏ ਸੀ ਉਹਨਾਂ ਗੱਲ ਕਰਨ। ਉਹ ਕਹਿੰਦੇ ਸੀ ਤੁਸੀਂ ਟੀਚਰ ਪ੍ਰੋਵਾਈਡ ਕਰੋ, ਅਸੀਂ ਪੰਜਾਬੀ ਹਰ ਕਲਾਸ ਦੇ ਵਿੱਚ ਬਿਲਕੁਲ। ਹਾਂਜੀ, ਇਹਦੇ ਬਾਰੇ ਦੱਸੋ। ਮੇਨ ਪ੍ਰੋਬਲਮ ਉੱਥੇ ਇਹੀ ਆ ਕਿ ਪੰਜਾਬੀ ਨਹੀਂ ਕੋਈ ਪੜਾਉਂਦਾ, ਇੰਗਲਿਸ਼ ਨਹੀਂ ਪੜਾਉਂਦਾ, ਉਹਨਾਂ ਨੂੰ ਮੈਥਸ ਬੇਸਿਕ, ਉਹਨਾਂ ਨੂੰ ਬੇਸਿਕ ਹੀ ਨਹੀਂ ਆਉਂਦਾ ਹਨਾ। ਉਹ ਠੀਕ ਆ, ਪੜ੍ਹਦੇ ਜ਼ਰੂਰ ਆ, ਪਰ ਉੱਥੇ ਟੀਚਰ ਇਹਨੇ ਕੁਆਲੀਫਾਈਡ ਨਹੀਂ ਹੈਗੇ। ਮੇਨ ਉਹਨਾਂ ਦੀ ਡਿਮਾਂਡ ਇਹੀ ਸੀਗੀ ਕਿ ਸਾਨੂੰ ਕੁਆਲੀਫਾਈਡ ਟੀਚਰ ਮਿਲੇ ਜਿਹੜਾ ਕਿ ਉਹਨਾਂ ਨੂੰ। ਕੀ ਚਾਹੁੰਦੇ ਸੰਗਤਾਂ ਤੋਂ ਸਿੱਖਿਆ ਰਿਵਿਊਜ਼ ਤੋਂ ਸਪੋਰਟ ਕਿਸ ਤਰ੍ਹਾਂ ਬੱਚਿਆਂ ਨੂੰ ਸਪਾਂਸਰ ਕਰਨਾ, ਟੀਚਿੰਗ ਦਾ ਸਪੋਰਟ, ਲੰਗਰ ਸੇਵਾ? ਬਿਲਕੁਲ। ਹੁਣ ਤਾਂ ਜ਼ਿਆਦਾ ਮੇਨ ਗੱਲ ਇਹੀ ਆ ਕਿ ਇੱਕ ਤਾਂ ਉਹ ਟੀਚਰ ਨੂੰ ਸਪਾਂਸਰ ਕੀਤਾ ਜਾਵੇ। ਬੱਚਿਆਂ ਨੂੰ, ਜਿਹੜੇ ਉੱਥੇ ਬੱਚੇ ਬਹੁਤ ਗਰੀਬ ਪਰਿਵਾਰਾਂ ਤੋਂ ਉਹ ਪੜ੍ਹਾ ਨਹੀਂ ਸਕਦੇ। ਇਹਦਾ ਅੱਗੇ ਡਾਕਟਰ ਸਾਧੂ ਸਿੰਘ ਅੰਕਲ ਨੇ ਇੱਕ ਬੱਚੇ ਨੂੰ ਕੀਤਾ ਸੀ ਸਪਾਂਸਰ, ਥੋੜੇ ਮਾਇਆ ਦੇ ਕੇ ਆਏ ਸੀ, ਮਤਲਬ ਸਪਾਂਸਰ ਤਾਂ ਨਹੀਂ ਕਹਿ ਸਕਦੇ, ਮਾਇਆ ਦੇ ਕੇ ਆਏ ਸੀ ਉਹਨਾਂ ਨੂੰ ਹੈਲਪ ਕਰਨ ਵਾਸਤੇ ਕਿ ਸਾਲ ਦਾ ਖਰਚਾ ਨਿਕਲ ਜੂਗਾ। ਸੋ ਇਦਾਂ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਬੱਚਿਆਂ ਨੂੰ ਪੜ੍ਹਾ ਨਹੀਂ ਸਕਦੇ, ਕਈਆਂ ਦੇ ਫਾਦਰ ਨਹੀਂ ਹੈਗੇ, ਕਈ ਬੱਚੇ ਦੇ ਪੜ੍ਹਾਉਂਦੇ ਆ, ਬਹੁਤ ਜ਼ਿਆਦਾ ਹਲੇ ਲੋੜ ਹੈਗੀ ਆ ਸਾਨੂੰ। ਬਲਹਾਰ ਸਿੰਘ, ਗੁਰਦੁਆਰਾ ਸਾਹਿਬ ਅਸੀਂ ਬਣਾਤਾ, ਉੱਥੇ ਉਦਘਾਟਨ ਹੋ ਗਈ, ਸਕੂਲ ਸ਼ੁਰੂ ਹੋ ਗਿਆ। ਹੁਣ ਗਾਹਾਂ ਕੀ ਚਾਹੀਦਾ ਦੱਸੋ ਸੰਗਤਾਂ ਤੋਂ? ਨਹੀਂ, ਉਹੀ ਤਾਂ ਮੈਂ ਕਹਿਣਾ ਚਾਹੁੰਦਾ ਨਾ ਕਿ ਜਦੋਂ ਆਪਾਂ ਗੁਰਦੁਆਰਾ ਤਾਂ ਬਣਾ ਲੈਂਦੇ ਆ, ਕਿਉਂਕਿ ਇੱਕ ਬਿਲਡਿੰਗ ਬਣਾਤੀ, ਗੁਰੂ ਉੱਥੇ ਮਹਾਰਾਜ ਸਰੂਪ ਰੱਖਤਾ ਤੇ ਉਹ ਗੁਰਦੁਆਰਾ ਸਾਹਿਬ ਸਥਾਪਿਤ ਹੋ ਗਿਆ। ਲੇਕਿਨ ਉਹਦੀ ਸਾਂਭ ਸੰਭਾਲ ਲਈ ਉਹਦੇ ਗਾਹਾਂ ਉਹਦੇ ਪ੍ਰੋਜੈਕਟ ਜਿਹੜਾ ਵਿੱਚ ਕਰਨਾ, ਜਿੱਦਾਂ ਡਾਕਟਰ ਸਾਹਿਬ ਨੇ ਕਿਹਾ, ਅਗਰ ਸੰਗਤਾਂ ਬਾਹਰੋਂ ਦੇਸ਼ਾਂ ਵਿਦੇਸ਼ਾਂ, ਇਕੱਲੇ ਇੰਗਲੈਂਡ ਹੀ ਨਹੀਂ, ਪੂਰੀ ਦੁਨੀਆ ਦੇ ਵਿੱਚੋਂ ਜਾਣਗੇ ਦੇਖਣ, ਉਹਨਾਂ ਦੇ ਰਹਿਣ ਲਈ ਵੀ ਕਮਰੇ ਚਾਹੀਦੇ ਆ। ਅਗਰ ਰਹਿਣ ਲਈ ਕਮਰੇ ਚਾਹੀਦੇ ਹੋਣਗੇ ਤਾਂ ਉਹਨਾਂ ਦੇ ਖਾਣ ਪੀਣ ਦੇ ਪ੍ਰਬੰਧ ਵੀ ਚਾਹੀਦੇ ਆ। ਅਗਰ ਖਾਣ ਪੀਣ ਦਾ ਪ੍ਰਬੰਧ ਚਾਹੀਦਾ ਤੇ ਉੱਥੇ ਆਪਾਂ ਨੂੰ ਚਾਹੀਦਾ ਜਿਹੜਾ ਕੋਈ 4-5 ਖੱਤੇ ਆ, ਇੱਕ ਪਾਸੇ ਛੋਟੀ ਜੀ ਦੂਜੀ ਵੀ ਲਾਉਣੀ ਚਾਹੀਦੀ ਹੈ, ਗਾਰਡਨ ਬਣਾਉਣੀ ਚਾਹੀਦੀ ਆ ਜਿੱਥੇ ਫੁੱਲ ਘਾਹ ਵਗੈਰਾ ਹੋਣ। ਕਿਉਂਕਿ ਜਿਹੜੇ ਬੱਚੇ ਛੋਟੇ ਆ ਉਹ ਜਦੋਂ ਇਹ ਤਾਂ ਹੈ ਹੀ ਨਹੀਂ ਵਿਚਾਰੇ ਆਏ ਗੁਰਦੁਆਰੇ ਮੱਥਾ ਟੇਕਿਆ, ਗੁਰਬਾਣੀ ਸੁਣੀ, ਸਪੋਰਟਸ ਫੈਸਿਲਿਟੀ ਚਾਹੀਦੀ ਹੈ, ਸਪੋਰਟਸ ਨਾਲੇ ਉਹਨਾਂ ਦੇ ਖੇਲਣ ਨੂੰ ਵੀ ਚਾਹੀਦਾ ਨਾ ਕੁਛ। ਹਾਂਜੀ ਜਗਤਾਰ ਸਿੰਘ, ਵੈਰੀ ਬਰੀਫਲੀ ਆਖਰੀ ਤੁਹਾਡੀ ਕੀ ਅਪੀਲ ਹੈਗੀ ਸਿੱਖ ਸੰਗਤ ਨੂੰ? ਮੇਰੀ ਅਪੀਲ ਇਹ ਹੈ ਕਿ ਜਿਸ ਤਰ੍ਹਾਂ ਪਹਿਲਾਂ ਆਪਾਂ ਕੱਪੜੇ ਬਣਾਏ ਸੀ ਜਿਹੜੇ ਉੱਥੇ ਕੀਰਤਨ ਸਿੱਖਣ ਆਉਂਦੇ ਸੀ ਬੱਚੇ, ਤੇ ਫਿਰ ਅਸੀਂ ਸੋਚਿਆ ਕਿ ਆ ਜਿਹੜੇ ਪੇਰੈਂਟਸ ਆ, ਬੱਚੇ ਵੀ ਥੋੜੇ ਰੋਸ ਕਰਦੇ ਆ। ਤੁਸੀਂ ਕਿਹਾ ਵੀ ਸਾਰੇ ਪਿੰਡ ਦੇ ਬੱਚੇ ਇਕੱਠੇ ਕਰਕੇ ਉਹਨਾਂ ਨੂੰ ਉਹਨਾਂ ਦੇ ਜਿਹੜੇ 4 ਦਰਜੀ ਲਾ ਕੇ ਵੇਚੇ ਲਏ, ਉਹਨਾਂ ਨੂੰ ਕੱਪੜੇ ਜਾ ਕੇ ਬਾਜ਼ਾਰੋਂ ਲੈ ਕੇ ਸੀਂ ਕੇ ਦਿੱਤੇ, ਤੇ ਫਿਰ ਸਾਰੇ ਪਿੰਡ ਨੂੰ ਆਪਾਂ ਜਿਹੜੇ ਆ ਸੰਗਤਾਂ ਦੇ ਉੱਤੇ ਪੈਸੇ ਜਿਹੜੇ ਆ ਵੰਡੇ। ਉਹ ਕੋਈ ਗੱਲ ਨਹੀਂ, ਉਹ ਆਪਾਂ ਸਾਰੇ ਵੀਡੀਓ ਦੇ ਵਿੱਚ ਦਿਖਾ ਲਿਆ। ਇਹ ਸੰਗਤਾਂ ਨੂੰ ਇਹੀ ਬੇਨਤੀ ਆ ਕਿ ਵੇਖੋ, ਸਾਰੇ ਪਿੰਡ ਦੇ ਬੱਚਿਆਂ ਨੂੰ ਕੱਪੜੇ ਬਣਾ ਕੇ ਦਿੱਤੇ, ਔਰ ਸਾਰੇ ਪਿੰਡ ਦੇ ਜਿਹੜੇ ਗਰੀਬ ਆ ਉਹਨਾਂ ਨੂੰ ਆਪਾਂ ਕੈਮਰੇ ਦੇ ਵਿੱਚ, ਇਹ ਕੋਈ ਬੋਲਣ ਦੀ ਗੱਲ ਨਹੀਂ, ਤੁਹਾਡੇ ਸਾਹਮਣੇ ਤੁਹਾਡੀ ਦਿੱਤੀ ਮਾਇਆ ਜਿਹੜੀ ਆ ਉਹ ਅਸੀਂ ਦਿਖਾ ਰਹੇ ਹਾਂ। ਸਾਨੂੰ ਤੁਹਾਡੀ ਸਪੋਰਟ ਦੀ ਲੋੜ ਹੈ। ਜੇ ਵੱਧ ਤੋਂ ਵੱਧ ਸਪੋਰਟ ਕਰੋਗੇ ਤੇ ਵੱਧ ਤੋਂ ਵੱਧ ਅਸੀਂ ਜਿਹੜੀ ਹੈਲਪ ਕਰਾਂਗੇ। ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਆਖਰੀ ਤੁਸੀਂ ਕੀ ਸਿੱਖ ਸੰਗਤ ਨੂੰ ਕਹੋਗੇ ਇਸ ਪ੍ਰੋਜੈਕਟ ਨੂੰ ਕਿਸ ਤਰ੍ਹਾਂ ਜਾਰੀ ਰੱਖਣਾ? ਜਿਹੜਾ ਹੁਣ ਨੈਕਸਟ ਸਟੈਪ ਹੈ ਜੀ, ਉਹ ਜਿਹੜੇ ਬੱਚੇ ਆਪਾਂ ਟੱਚ ਅਪ ਕੀਤਾ, ਬੱਚਿਆਂ ਦੀ ਐਜੂਕੇਸ਼ਨ ਇਟਸ ਮੋਸਟ ਇੰਪੋਰਟੈਂਟ। ਉਹਦੇ ਵਾਸਤੇ ਸਾਨੂੰ ਸਿੱਖ ਚੈਨਲ ਨੂੰ ਪਹਿਲਾਂ ਸਟਰਕਚਰ ਬਣਾਉਣਾ ਪੈਣਾ, ਤੇ ਇੱਥੋਂ ਜਿਹੜੀ ਸੰਗਤਾਂ ਉਹਨਾਂ ਦੇ ਕੋਲ ਬੇਨਤੀ ਹੈ ਕਿ ਤੁਸੀਂ ਬੱਚੇ ਨੂੰ ਸਪਾਂਸਰ ਕਰਨਾ। ਤੁਹਾਡੀ ਸਪਾਂਸਰ ਕੀਤੀ ਉਹ ਮਹੀਨੇ ਦੀ ਐਜੂਕੇਟ ਪੰਜਾਬ ਉਹਨਾਂ ਟਿਪੀਕਲ ਐਗਜ਼ਾਮਪਲ ਆ, ਉਹ 15-20 ਪਾਉਂਡ ਲੈਂਦੇ ਆ। ਉਹ ਤੁਸੀਂ ਤੁਹਾਡੀ ਫੀਸ ਸਿੱਧੀ ਜਾਵੇ ਉਹ ਬੱਚੇ ਨੂੰ, ਤੁਹਾਡਾ ਬੱਚਿਆਂ ਨਾਲ ਕੰਟੈਕਟ ਹੋਵੇ, ਤੁਸੀਂ ਉਹ ਬੱਚੇ ਨਾਲ ਗੱਲਬਾਤ ਕਰ ਸਕੋ। ਸੋ ਬੱਚਿਆਂ ਨੂੰ ਆਪਾਂ ਜਿਹੜੇ ਹੁਣ ਬੱਚਿਆਂ ਦੀ ਪੜ੍ਹਾਈ ਵਾਸਤੇ ਉਹ 'ਤੇ ਜ਼ੋਰ ਦੇਣਾ ਤੇ ਸੰਗਤਾਂ ਤੋਂ ਸਪਾਂਸਰ ਕਰਾਉਣੇ ਆ ਸਾਰੇ ਬੱਚੇ। ਹਾਂਜੀ, ਥੈਂਕ ਯੂ ਵੈਰੀ ਮਚ। ਆਖਰੀ ਗੱਲ, ਕੰਕਲੂਜਨ, ਅਸੀਂ ਆਪਣੀ ਬੀਬੀ ਨੂੰ ਕਹਿਣਾ, ਰਮਨਦੀਪ ਕੌਰ, ਤੁਸੀਂ ਇਸ ਪ੍ਰੋਜੈਕਟ ਵਿੱਚ ਪੂਰਾ ਸਾਲ ਹੀ ਕੰਮ ਕੀਤਾ, ਮਿਹਨਤ ਕੀਤੀ ਆ। ਕੰਕਲੂਜਨ ਤੁਸੀਂ ਦੇਣਾ ਵੀ ਕਿਸ ਤਰ੍ਹਾਂ ਗਾਹਾਂ ਸਪੋਰਟ ਚਾਹੀਦੀ ਸਿੱਖ ਚੈਨਲ ਵਿਊਅਰਸ ਤੋਂ? ਹਾਂਜੀ, ਮੈਂ ਤਾਂ ਇਹੀ ਕਹਿੰਦੀ ਆ ਕਿ ਪਹਿਲਾਂ ਤਾਂ ਉਹਨਾਂ ਸਾਰੇ ਵਿਊਅਰਸ ਦਾ ਧੰਨਵਾਦ ਜਿਨ੍ਹਾਂ ਨੇ ਹੁਣ ਤੱਕ ਸਾਨੂੰ ਸਪੋਰਟ ਕੀਤਾ,
ਤੇ ਜਿਨ੍ਹਾਂ ਨੇ ਅੱਗੇ ਮੈਂ ਤਾਂ ਇਹ ਕਹੂੰਗੀ ਕਿ ਜਿਹੜੇ ਜਿੱਦਾਂ ਕਈ ਲੋਕ ਸੋਚਦੇ ਆ ਕਿ ਹਾਂਜੀ ਖਰਚਾ ਇਹਨਾਂ ਨੇ ਫੰਡਿੰਗ ਇਕੱਠੀ ਕਰ ਲਈ ਆ, ਖਰਚਾ ਇੰਨਾ ਨਹੀਂ ਹੋ ਸਕਦਾ, ਗੁਰਦੁਆਰੇ ਤੇ ਇੰਨੀ ਜ਼ਿਆਦਾ ਖਰਚਾ ਨਹੀਂ ਲੱਗਦਾ ਜਾਂ ਘਰ ਬਣਾਉਣ ਤੇ ਇੰਨਾ ਜ਼ਿਆਦਾ ਖਰਚਾ ਨਹੀਂ ਲੱਗਦਾ। ਉੱਥੇ ਇੱਕ ਹੋਰ ਗੱਲ ਹੈ ਕਿ ਉੱਥੇ ਭੂਚਾਲ ਵਗੈਰਾ ਬਹੁਤ ਆਉਂਦੇ ਆ, ਅਰਥਕੁਏਕ ਕਾਫੀ ਹੁੰਦਾ ਉੱਥੇ, ਉਹ ਡਿਫਰੈਂਟ ਤਰ੍ਹਾਂ ਦੇ ਘਰ ਬਣਾਉਂਦੇ ਆ ਜਿੱਦਾਂ ਸਾਡੇ ਪੰਜਾਬ ਦੇ ਵਿੱਚ ਹੁੰਦੇ ਆ ਜਾਂ ਉਹਦਾ ਵੈਸੇ ਜਨਰਲ ਘਰ ਬਣਾਉਂਦੇ ਆ। ਮੰਨ ਲਓ ਜੇ ਕੋਈ 5 ਲੱਖ ਦਾ ਘਰ ਬਣਿਆ ਤਾਂ ਨੇਪਾਲ ਦੇ ਵਿੱਚ ਸਾਨੂੰ 10 ਲੱਖ ਦਾ ਬਣਾਉਣਾ ਪੈਣਾ, ਕਿਉਂਕਿ ਉਹ ਮਤਲਬ ਇਹ ਨਹੀਂ ਹੈਗਾ ਕਿ ਭੁਚਾਲ ਆ ਗਿਆ ਤੇ ਡਿੱਗ ਗਿਆ ਹਨਾ, ਉਹਨਾਂ ਨੂੰ ਬੇਸ ਪ੍ਰੋਪਰ ਸਟਰੋਂਗ ਬਣਾਉਣਾ ਪੈਂਦਾ। ਮੇਰੀ ਜਿਹੜੀ ਕੰਟਰੈਕਟਰ ਦੇ ਨਾਲ ਗੱਲ ਹੋਈ ਸੀ ਉਹ ਇਹੀ ਹੋਈ ਸੀ ਕਿ ਉਹਨੇ ਮੈਨੂੰ ਬਜਟ 2 ਦਿੱਤੇ ਸੀਗੇ ਕਿ ਕਿਸ ਬਜਟ ਦਾ ਤੁਹਾਨੂੰ ਚਾਹੀਦਾ ਨਾ। ਮੈਂ ਉਹਨਾਂ ਨੂੰ ਇਹ ਕਿਹਾ ਸੀ ਸਾਨੂੰ ਸਟਰੋਂਗ ਬਜਟ ਚਾਹੀਦਾ ਕਿ ਇਹ ਨਾ ਹੋਵੇ ਕਿ ਭੁਚਾਲ ਆਵੇ ਤੇ ਡਿੱਗ ਜੇ ਹਨਾ, ਕੋਈ ਵੀ ਬਿਲਡਿੰਗ ਹਿੱਲੇ ਜਾਂ ਕੁਝ ਵੀ, ਉਹਦੇ ਵਾਸਤੇ ਸਾਨੂੰ ਡਬਲ ਪੇਮੈਂਟ ਕਰਨੀ ਪਈ। ਇਹ ਵੀ ਦੱਸ ਦਿਓ ਕਿ ਜਿਹੜੇ ਗਰੀਬਾਂ ਦੇ ਘਰ ਹੈ ਬਣਨੇ ਸ਼ੁਰੂ ਹੋ ਗਏ ਨੇ। ਹਾਂਜੀ, ਇਸ ਕਰਕੇ ਸਾਡਾ ਹਲੇ ਤੱਕ ਕੰਮ ਕੰਪਲੀਟ ਨਹੀਂ ਹੋ ਸਕਿਆ ਕਿਉਂਕਿ ਜਿਹੜੀ ਸਾਨੂੰ ਸਪੋਰਟ ਮਿਲਦੀ ਅਸੀਂ ਨਾਲ ਦੀ ਨਾਲ ਉੱਥੇ ਲਾਈ ਜਾ ਰਹੇ ਹਾਂ ਹਨਾ। ਸੋ ਹੁਣ ਸਾਨੂੰ ਹਲੇ ਹੋਰ ਸਪੋਰਟ ਚਾਹੀਦੀ ਆ, ਸੰਗਤ ਵੱਲੋਂ ਹੋਰ ਡੋਨੇਸ਼ਨ ਚਾਹੀਦੀ ਆ। ਘਰ ਹੁਣ ਇੱਕ ਬਣਨਾ ਅਸੀਂ ਸਟਾਰਟ ਕੰਟਰੈਕਟਰ ਨਾਲ ਗੱਲ ਕੀਤੀ ਆ, ਜਿਹੜੇ ਸੀਤਾ ਕੌਰ ਉਹਨਾਂ ਨਾਲ ਕੰਟਰੈਕਟਰ ਨਾਲ ਗੱਲ ਹੋ ਗਈ ਆ। ਉਹਨੇ ਵੀ ਉਹ ਘਰ ਵਾਸਤੇ ਵੀ ਮੈਨੂੰ ਇਹੀ ਗੱਲ ਕਹੀ ਕਿ ਤੁਸੀਂ ਭੁਚਾਲ ਰਹਿਤ ਬਣਾਉਣਾ ਕਿ ਉਹ ਬਿਨਾਂ ਉਹਦੇ ਤੋਂ ਬਣਾਉਣਾ। ਸੋ ਉਹਦਾ ਜੇ 5 ਲੱਖ ਦਾ ਬਣਨਾ 10 ਲੱਖ ਦਾ ਬਣੂਗਾ ਹਨਾ, ਉਹਦਾ ਡਬਲ ਬਜਟ ਹੋ ਜਾਂਦਾ। ਸੋ ਮੈਨੂੰ ਕਿਹਾ ਕਿ ਸਾਨੂੰ ਡਬਲ ਬਜਟ ਦੀ ਕੋਈ ਪ੍ਰੋਬਲਮ ਨਹੀਂ, ਇਹ ਨਾ ਹੋਵੇ ਕਿ ਸਾਲ ਬਾਅਦ ਉਹ ਡਿੱਗ ਜੇ ਹਨਾ, ਕਿ ਫੈਮਿਲੀ ਨੂੰ ਵੀ ਨੁਕਸਾਨ ਹੋਵੇ, ਬਾਅਦ ਚ ਇਹ ਵੀ ਸੰਗਤਾਂ ਚ ਆਵੇ ਕਿ ਹਾਂਜੀ ਘਰ ਬਣਾਇਆ ਸੀ ਤੇ ਡਿੱਗ ਵੀ ਗਿਆ। ਸੋ ਉਹਦਾ ਡਬਲ ਬਜਟ ਹੁੰਦਾ, ਇਸ ਕਰਕੇ ਸਾਨੂੰ ਹੋਰ ਫੰਡਿੰਗ ਦੀ ਲੋੜ ਆ, ਹੋਰ ਡੋਨੇਸ਼ਨ ਦੀ ਲੋੜ ਆ ਕਿ ਅਸੀਂ ਉਹਨੂੰ ਸਟਰੋਂਗਲੀ ਜਿਹੜੇ ਲੋਕਾਂ ਨੂੰ ਲੋੜ ਹੈਗੀ ਆ ਉਹਨਾਂ ਨੂੰ ਅਸੀਂ ਘਰ ਬਣਾ ਕੇ ਦਈਏ, ਉਹਨਾਂ ਦੀ ਹੈਲਪ ਕਰੀਏ। ਹਾਲੇ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਕੰਪਲੀਟ ਨਹੀਂ ਹੋਈ, ਉਹਦੇ ਵਾਸਤੇ ਸਾਨੂੰ ਹੈਲਪ ਚਾਹੀਦੀ ਆ। ਟੀਚਰ ਨੂੰ ਸਪਾਂਸਰ ਕਰੋ, ਗ੍ਰੰਥੀ ਸਿੰਘ ਨੂੰ, ਜਿਹੜੀ ਸਭ ਤੋਂ ਵੱਡੀ ਸੇਵਾ ਗ੍ਰੰਥੀ ਸਿੰਘ ਨੂੰ ਸਪਾਂਸਰ ਕਰੋ, ਬੱਚਿਆਂ ਨੂੰ ਸਪਾਂਸਰ ਕਰੋ ਜਿਨ੍ਹਾਂ ਨੂੰ ਸਭ ਤੋਂ ਜ਼ਿਆਦਾ ਲੋੜ ਆ, ਖਾਸ ਕਰਕੇ ਜਿਨ੍ਹਾਂ ਨੂੰ ਕੰਮ ਦੀ ਲੋੜ ਆ ਉਹਨਾਂ ਨੂੰ ਅਸੀਂ ਕੰਮ ਦਵਾ ਸਕੀਏ, ਰੁਜ਼ਗਾਰ ਦਵਾ ਸਕੀਏ, ਕੋਈ ਉਹਨਾਂ ਨੂੰ ਸ਼ੌਪ ਚਾਹੀਦੀ ਆ, ਕੁਝ ਹੈਲਪ ਚਾਹੀਦੀ ਉਹਦੇ ਵਿੱਚ ਸਟਾਰਟ ਕਰਨ ਵਾਸਤੇ। ਸੋ ਮੇਨ ਗੱਲ ਇਹ ਆ ਕਿ ਸਾਨੂੰ ਫੰਡਿੰਗ ਚਾਹੀਦੀ ਆ, ਉਹ ਪਲੀਜ਼ ਤੁਸੀਂ ਸਟਾਪ ਨਾ ਕਰੋ, ਤੁਸੀਂ ਸਾਨੂੰ ਸਪੋਰਟ ਦਿੰਦੇ ਰਹੋ। ਇਹ ਨਾ ਸੋਚੋ ਕਿ ਉਦਘਾਟਨ ਹੋ ਗਿਆ ਤੇ ਹੁਣ ਅਸੀਂ ਠੀਕ ਆ ਸ਼ੁਰੂ ਹੋ ਗਿਆ ਠੀਕ ਆ ਹੁਣ ਉੱਥੇ ਪਾਠ ਸੁਖਮਨੀ ਸਾਹਿਬ ਦਾ ਪਾਠ ਬੁੱਕ ਕਰਵਾਓ। ਅਖੰਡ ਪਾਠ ਸਾਹਿਬ ਹੁਣ ਅਸੀਂ ਉੱਥੇ ਸ਼ੁਰੂ ਕਰਨਾ, ਹਰ ਮਹੀਨੇ ਉੱਥੇ ਅਖੰਡ ਪਾਠ ਸਾਹਿਬ ਅਸੀਂ ਇੱਕ ਕਰਵਾਇਆ ਕਰਨਾ। ਸੁਖਮਨੀ ਸਾਹਿਬ ਡੇਲੀ ਹੁੰਦਾ ਉੱਥੇ, ਉਸ ਤੋਂ ਬਾਅਦ ਕੀਰਤਨ ਹੁੰਦਾ, ਲੰਗਰ ਦੀ ਸੇਵਾ ਹੁੰਦੀ ਆ ਜਿਹੜੀ ਕਿ ਸਭ ਤੋਂ ਵੱਡੀ ਸੇਵਾ। ਸੋ ਉਹਦੇ ਵਿੱਚ ਤੁਹਾਡਾ ਸਾਨੂੰ ਸਪੋਰਟ ਚਾਹੀਦਾ, ਪਲੀਜ਼ ਉਹ ਸਾਨੂੰ ਸਪੋਰਟ ਦਿੰਦੇ ਰਹੋ। ਧੰਨਵਾਦ। ਥੈਂਕ ਯੂ ਵੈਰੀ ਮਚ। ਇਹ ਸੀ ਸਿੱਖ ਚੈਨਲ ਦੀ ਰਿਪੋਰਟ, ਸਿੱਖ ਚੈਨਲ 8 ਪ੍ਰੋਜੈਕਟ ਨੇਪਾਲ ਦੇ ਵਿੱਚ। ਸਾਡੀ ਸਿੱਖ ਚੈਨਲ ਦੀ ਸੀਨੀਅਰ ਟੀਮ ਹਾਜ਼ਰ ਸੀ, ਇਹਨੀ ਸਾਰੀ ਰਿਪੋਰਟ ਦਿੱਤੀ ਸੰਗਤ ਨੂੰ ਵੀ ਕੀ ਹੋਏ, ਕੀ ਗਾਹਾਂ ਚਾਹੀਦਾ। ਆਖਿਰ ਦੇ ਵਿੱਚ ਬਲਹਾਰ ਸਿੰਘ ਤੁਸੀਂ ਸਾਰੀ ਸੰਗਤ ਦਾ ਧੰਨਵਾਦ ਕਰਨਾ, ਥੈਂਕ ਯੂ ਕਰਨਾ ਜਿਹਨੇ ਸੰਗਤ ਸਹਿਯੋਗ ਨਾਲ ਪ੍ਰੋਜੈਕਟ ਕਾਮਯਾਬ ਹੋਈ। ਸਾਨੂੰ ਤਾਂ ਕਿਉਂਕਿ ਜਦੋਂ ਦਾ ਸਿੱਖ ਚੈਨਲ ਹੋਂਦ ਵਿੱਚ ਆਇਆ ਉਦੋਂ ਤੋਂ ਲੈ ਕੇ ਤੁਸੀਂ ਸਾਨੂੰ ਸਹਿਯੋਗ ਦਿੰਦੇ ਹੋ, ਤੁਹਾਡੀਆਂ ਤੈਲ ਫੁੱਲ ਭਟਾਵਾਂ ਨਾਲ ਸਿੱਖ ਚੈਨਲ ਅੱਜ ਇਹਨਾਂ ਬੁਲੰਦੀਆਂ ਤੇ ਪੁੱਜਿਆ। ਇਹ ਸਾਰਾ ਸਿਹਰਾ ਸਾਨੂੰ ਨਹੀਂ ਜਾਂਦਾ, ਕਿਸੇ ਨੂੰ ਬਾਲ ਸਾਹਿਬ ਨੂੰ ਨਹੀਂ ਜਾਂਦਾ, ਇਹ ਸਾਰਾ ਸਿਹਰਾ ਤੁਹਾਨੂੰ ਜਾਂਦਾ ਕਿਉਂਕਿ ਤੁਸੀਂ ਮਾਇਆ ਦਿੰਦੇ ਹੋ, ਤੁਸੀਂ ਸਾਨੂੰ ਹੋਰ ਸਹਿਯੋਗ ਦਿੰਦੇ ਹੋ। ਇਹ ਸਹਿਯੋਗਾਂ ਕਰਕੇ ਅੱਜ ਅਸੀਂ ਇੱਥੇ ਤੱਕ ਪੁੱਜੇ ਹਾਂ। ਇਕੱਲਾ ਇੱਕ ਨੇਪਾਲ ਦਾ ਪ੍ਰੋਜੈਕਟ ਨਹੀਂ, ਤੁਹਾਡੇ ਸਹਿਯੋਗ ਨਾਲ ਆਉਣ ਵਾਲੇ ਸਮੇਂ 'ਚ ਇੱਦਾਂ ਦੇ ਹਜ਼ਾਰਾਂ ਪ੍ਰੋਜੈਕਟ ਚੱਲਣਗੇ ਅਤੇ ਪੂਰੀ ਉਮੀਦ ਪੂਰੀ ਆਸ ਲੈ ਕੇ ਤੁਹਾਡੇ ਅਸੀਂ ਹਮੇਸ਼ਾ ਦਰ 'ਤੇ ਆਉਂਦੇ ਹਾਂ। ਸੋ ਸਾਡੇ ਵੱਲੋਂ, ਸਾਡੀ ਪੂਰੀ ਟੀਮ ਵੱਲੋਂ ਅਨੇਕਾਂ ਗਲਤੀਆਂ ਹੁੰਦੀਆਂ, ਸਾਨੂੰ ਤੁਸੀਂ ਹਮੇਸ਼ਾ ਮਾਫ ਕਰ ਦਿਓ। ਸੋ ਅਸੀਂ ਪੂਰੀ ਟੀਮ ਵੱਲੋਂ, ਕਿਉਂਕਿ ਤੁਸੀਂ ਸਾਨੂੰ ਸਹਿਯੋਗ ਦਿੱਤਾ, ਅਸੀਂ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ, ਰਿਣੀ ਹਾਂ ਤੁਹਾਡੇ ਕਿ ਤੁਸੀਂ ਹਮੇਸ਼ਾ ਸਿੱਖ ਚੈਨਲ ਨੂੰ ਇੱਕ ਆਪਣੇ ਪਰਿਵਾਰ ਦਾ ਅੰਗ ਸਮਝਿਆ, ਇੱਕ ਆਪਣੇ ਪਰਿਵਾਰ ਦਾ ਮੈਂਬਰ ਸਮਝ ਕੇ ਇਹਨੂੰ ਗਲ ਨਾਲ ਲਾਇਆ। ਸੋ ਤੁਹਾਡਾ ਧੰਨਵਾਦ ਕਰਦਾ ਹਾਂ ਤੇ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।